स्वागत लैके हाज़र हाँ जी प्रोग्राम गल्लां ते गीत। मैं हाँ शुक्रगुजार सिंह। दोस्तों, ਸਾਹਿਤ ने सानू बहुत कुछ दिता है। जेकर ਅਸੀਂ ਆਪਣੇ ਰਿਸ਼ਤਿਆਂ ਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਗੀਤ, ਕਵਿਤਾ, ਗਜ਼ਲ ਨੂੰ ਚੁਣ ਸਕਦੇ ਹਾਂ। ਜੇ ਅਸੀਂ ਆਪਣੇ ਮਨ ਦੇ ਹਾਵਾਂ ਭਾਵਾਂ ਨੂੰ ਪ੍ਰਗਟਾਉਣਾ ਚਾਹੁੰਦੇ ਹਾਂ, ਅਸੀਂ ਗੀਤ, ਗਜ਼ਲ, ਕਵਿਤਾ ਕੋਈ ਵੀ ਵਿਧੀ ਚੁਣ ਸਕਦੇ ਹਾਂ। ਇਹ ਜੋ ਸਾਹਿਤ ਦੀਆਂ ਵੱਖ-ਵੱਖ ਵਿਧੀਆਂ ਨੇ, ਇਹ ਸਾਨੂੰ ਰਿਸ਼ਤਿਆਂ ਦੇ ਵਿੱਚ ਬੰਨ੍ਹਦੀਆਂ ਨੇ। ਸਾਡੇ ਮਨਾਂ ਦੇ ਵਿੱਚ ਜੇ ਕੋਈ ਵਿਚਾਰ ਹੈ ਤਾਂ ਅਸੀਂ ਉਹਨਾਂ ਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਪੇਸ਼ ਕਰ ਸਕਦੇ ਹਾਂ, ਥੋੜ੍ਹੇ ਸ਼ਬਦਾਂ ਦੇ ਵਿੱਚ ਪੇਸ਼ ਕਰ ਸਕਦੇ ਹਾਂ ਅਤੇ ਬੜਾ ਕੁਝ ਆਪਣੇ ਸੱਜਣਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ ਕਹਿ ਸਕਦੇ ਹਾਂ, ਸਮਝਾ ਸਕਦੇ ਹਾਂ। ਜੇ ਮਨ ਵਿੱਚ ਕੋਈ ਗੁੱਸਾ ਗਿਲਾ ਹੈ ਤਾਂ ਉਸ ਨੂੰ ਵੀ ਜ਼ਾਹਿਰ ਕਰਦੀ ਹੈ ਕਵਿਤਾ, ਉਸ ਨੂੰ ਵੀ ਜ਼ਾਹਿਰ ਕਰਦੀ ਹੈ ਗਜ਼ਲ। ਅਤੇ ਜੇਕਰ ਅਸੀਂ ਖੁਸ਼ੀਆਂ ਦੇ ਵਿੱਚ ਨੱਚਦੇ ਹੋਏ ਅੰਬਰਾਂ ਨੂੰ ਛੂਹਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਦਾ ਪ੍ਰਗਟਾਵਾ ਵੀ ਕਰਦੀ ਹੈ ਇਹ ਸਾਹਿਤ ਦੀ ਵਿਧੀਆਂ, ਜਿਸ ਵਿੱਚ ਕਵਿਤਾ ਵੀ ਹੁੰਦੀ ਹੈ, ਗਜ਼ਲ ਵੀ ਹੁੰਦੀ ਹੈ, ਕਹਾਣੀਆਂ ਵੀ ਹੁੰਦੀਆਂ ਨੇ, ਵਾਰਤਕ ਵੀ ਹੁੰਦੇ ਨੇ, ਗੀਤ ਵੀ ਹੁੰਦੇ ਨੇ। ਲੇਕਿਨ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਧੀ ਦੇ ਉੱਤੇ ਗੱਲਬਾਤ ਕਰਨੀ ਹੈ, ਸਾਹਿਤ ਦੇ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ, ਉਹ ਵਿਸ਼ਾ ਹੈ ਗਜ਼ਲ। ਗਜ਼ਲ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ? ਕਿਹਾ ਜਾਂਦਾ ਹੈ ਕਿ ਹੈ ਤਾਂ ਇੱਕ ਔਖੀ ਵਿਧੀ, ਪਰ ਹੈ ਇੱਕ ਹਰਮਨ ਪਿਆਰੀ ਵਿਧੀ। ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਦੱਸ ਜਾਂਦੀ ਹੈ। ਦੂਰਦਰਸ਼ਨ ਦੇ ਨਾਲ ਜਿੱਥੇ ਸਿੱਖਿਆਰਥੀ ਜੁੜੇ ਹੁੰਦੇ ਨੇ, ਜਿੱਥੇ ਵਿਦਿਆਰਥੀ ਜੁੜੇ ਹੁੰਦੇ ਨੇ, ਉੱਥੇ ਸਾਡੇ ਨਾਲ ਉਸਤਾਦ ਲੋਕ ਵੀ ਜੁੜੇ ਹੁੰਦੇ ਨੇ ਅਤੇ ਅਸੀਂ ਉਹਨਾਂ ਉਸਤਾਦਾਂ ਨੂੰ ਸਿੱਖਿਆਰਥੀਆਂ ਦੇ ਸਾਹਮਣੇ, ਵਿਦਿਆਰਥੀਆਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਵੱਖ-ਵੱਖ ਵਿਸ਼ੇ ਲੈ ਕੇ ਪੇਸ਼ ਕਰਦੇ ਹਾਂ ਤਾਂ ਜੋ ਉਹਨਾਂ ਕੋਲੋਂ ਅਸੀਂ ਬਹੁਤ ਕੁਝ ਸਿੱਖ ਸਕੀਏ। ਅਤੇ ਗਜ਼ਲ ਦੀ ਵਿਧੀ ਨੂੰ ਸਿੱਖਣ ਦੀ ਵੀ ਲੋੜ ਹੈ, ਸਮਝਣ ਦੀ ਵੀ ਲੋੜ ਹੈ, ਇਸ ਦੇ ਪਿਛੋਕੜ ਨੂੰ ਵੀ ਜਾਣਨ ਦੀ ਲੋੜ ਹੈ, ਇਸ ਦੇ ਭਵਿੱਖ ਦੇ ਉੱਤੇ ਵੀ ਅਸੀਂ ਝਾਤ ਪਾਉਣੀ ਹੈ। ਅਤੇ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਹੈ ਗਜ਼ਲ ਦੀ। ਅਤੇ ਮੇਰੇ ਨਾਲ ਸਟੂਡੀਓ ਵਿੱਚ ਪੰਜਾਬੀ ਦੇ ਮਹਾਨ ਗਜ਼ਲਗੋ ਡਾਕਟਰ ਗੁਰਚਰਨ ਕੌਰ ਕੋਛਰ ਜੀ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਬਹੁਤ ਬਹੁਤ ਸਵਾਗਤ। ਸ਼ੁਕਰੀਆ ਤੁਹਾਡਾ ਵੀ, ਤੁਸੀਂ ਮੈਨੂੰ ਇੱਥੇ ਬੁਲਾਇਆ ਹੈ ਔਰ ਇਹੋ ਜਿਹੇ ਮੌਕੇ ਦੇ ਮਤਲਬ ਬੜੇ ਅੱਛੇ ਵਿਸ਼ੇ 'ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਬਿਲਕੁਲ ਜੀ, ਜਦੋਂ ਗਜ਼ਲ ਦੀ ਗੱਲ ਚੱਲਦੀ ਹੈ ਨਾ ਅਤੇ ਜ਼ਹਿਨ ਦੇ ਵਿੱਚ ਇਹ ਇੱਕ ਨਕਸ਼ਾ ਬਣਦਾ ਹੈ ਹਾਂਜੀ ਭਾਰਤ ਦੇ ਪੰਜਾਬ ਦਾ। ਅਤੇ ਉਹ ਨਕਸ਼ਾ ਫਿਰ ਬਣਦਾ ਪੰਜਾਬ ਦੇ ਅਸੀਂ ਲੁਧਿਆਣੇ ਦੇ ਵਿੱਚ ਪਹੁੰਚਦੇ ਹਾਂ। ਅਤੇ ਲੁਧਿਆਣੇ ਵਿੱਚ ਜੇ ਗਜ਼ਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਂ ਸਾਹਮਣੇ ਆ ਜਾਂਦਾ ਹੈ ਡਾਕਟਰ ਗੁਰਚਰਨ ਕੌਰ ਕੋਛਰ ਜੀ। ਸ਼ੁਕਰੀਆ। ਅਤੇ ਗਜ਼ਲ ਦੀ ਗੱਲ ਕਰੀਏ, ਔਖੀ ਵਿਧੀ ਵੀ ਹੈ, ਹਰਮਨ ਪਿਆਰੀ ਵਿਧੀ ਵੀ ਹੈ ਅਤੇ ਬਹੁਤ ਕੁਝ ਸਾਨੂੰ ਦੱਸਦੀ ਵੀ ਹੈ। ਅਤੇ ਜੇਕਰ ਮੈਂ ਜਾਣਨਾ ਚਾਹਾਂ, ਕਿਉਂਕਿ ਆਮ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ, ਕਵਿਤਾ ਵੀ ਅਸੀਂ ਬੋਲਦੇ ਹਾਂ, ਅਸੀਂ ਗੀਤ ਵੀ ਬੋਲਦੇ ਹਾਂ, ਅਸੀਂ ਕਹਿ ਦਿੰਦੇ ਹਾਂ ਅਸੀਂ ਅੱਜ ਗਜ਼ਲ ਸੁਣੀ, ਅੱਜ ਗਜ਼ਲ ਪੜ੍ਹੀ, ਪਰ ਫਿਰ ਵੀ ਡਾਕਟਰ ਗੁਰਚਰਨ ਕੌਰ ਕੋਛਰ ਜੀ ਕੋਲ ਮੈਂ ਜਾਣਨਾ ਚਾਹਾਂਗਾ ਕਿ ਜੇ ਉਹ ਇਸ ਸ਼ਬਦ ਨੂੰ, ਇਸ ਵਿਧੀ ਨੂੰ ਪਰਿਭਾਸ਼ਿਤ ਕਰਨਾ ਚਾਹੁਣ, ਸਾਨੂੰ ਦੱਸਣਾ ਚਾਹੁਣ ਤਾਂ ਗਜ਼ਲ ਕਿਸ ਤਰ੍ਹਾਂ ਆਪਣੇ ਸ਼ਬਦਾਂ ਦੇ ਵਿੱਚ ਪਰਿਭਾਸ਼ਿਤ ਕਰਦੇ? ਹਾਂਜੀ, ਸ਼ੁਕਰਗੁਜ਼ਾਰ ਜੀ। ਮੈਂ ਦੱਸਣਾ ਚਾਹਾਂਗੀ ਕਿ ਗਜ਼ਲ ਜਿਹੜੀ ਹੈ ਇਹ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿੱਚੋਂ ਕਾਵਿ ਵੰਨਗੀ ਨਾਲ ਜੁੜੀ ਇੱਕ ਸਿਨਫ ਹੈ ਔਰ ਇਹ ਸਿਨਫ ਬਹੁਤ ਹੀ ਸੂਖਮ, ਕੋਮਲ, ਪਿਆਰੀ, ਨਾਜ਼ੁਕ ਸਿਨਫ ਹੈ। ਇਹ ਸਿਨਫ ਜਿੰਨੇ ਵੀ ਦੁਨੀਆ ਦੇ ਹੋਰ ਕਾਵਿ ਰੂਪ ਨੇ ਜੀ, ਉਹਨਾਂ ਤੋਂ ਇਹ ਵਿਲੱਖਣ ਸਿਨਫ ਹੈ। ਵਿਲੱਖਣ ਕਿਉਂ ਹੈ? ਕਿਉਂਕਿ ਇਸ ਦੇ ਵਿਚਲੇ ਸ਼ੇਅਰਾਂ ਦੀ ਸਾਂਝ ਅਸਾਂਝ ਉਹਨਾਂ ਨੂੰ ਬਾਕੀ ਕਾਵਿ ਰੂਪਾਂ ਤੋਂ ਨਿਵੇਕਲਾ ਕਰਦੀ ਹੈ। ਕੋਈ ਵੀ ਇਹੋ ਜਿਹਾ ਕਾਵਿ ਰੂਪ ਨਹੀਂ ਹੈ ਜਿਹੜਾ ਇੱਕੋ ਸਮੇਂ ਵਿੱਚ ਗਜ਼ਲ ਵਾਂਗੂ ਜਿਹੜਾ ਹੈ ਉਹ ਖੰਡਿਤ ਵੀ ਹੋਵੇ, ਅਖੰਡਿਤ ਵੀ ਹੋਵੇ। ਹੁਣ ਮੈਂ ਇਹਦੇ ਬਾਰੇ ਦੱਸਣਾ ਚਾਹਾਂਗੀ ਕਿ ਸਾਂਝ ਕਿਵੇਂ ਹੁੰਦੀ ਹੈ। ਜਿਹੜੇ ਸ਼ੇਅਰ ਜਿਹੜੇ ਨੇ ਉਹ ਅਸੀਂ ਜਦੋਂ ਉਹਨਾਂ ਨੂੰ ਇਕੱਠੇ ਸ਼ੇਅਰਾਂ ਨੂੰ ਕਰ ਲੈਂਦੇ ਹਾਂ, ਇੱਕ ਗਜ਼ਲ ਦਾ ਰੂਪ ਆ ਜਾਂਦਾ ਹੈ। ਠੀਕ ਹੈ, ਪਰ ਜਦੋਂ ਅਸੀਂ ਉਹ ਜਿਹੜੇ ਸ਼ੇਅਰ ਜਿਹੜੇ ਨੇ ਗਜ਼ਲ ਦੀ, ਹਮੇਸ਼ਾ ਹਰ ਸ਼ੇਅਰ ਜਿਹੜਾ ਹੁੰਦਾ ਉਹ ਵੱਖਰੇ ਵੱਖਰੇ ਵਿਸ਼ੇ 'ਤੇ ਵੀ ਲਿਖਿਆ ਹੁੰਦਾ ਹੈ। ਇਸ ਕਰਕੇ ਹਰ ਸ਼ੇਅਰ ਮੁਕੰਮਲ ਵੀ ਹੁੰਦਾ ਹੈ ਔਰ ਆਜ਼ਾਦ ਵੀ ਹੁੰਦਾ ਹੈ। ਜੀ ਜੀ। ਜਦੋਂ ਆਜ਼ਾਦ ਸ਼ਬਦ ਹੈ, ਇਹ ਆਜ਼ਾਦ ਸਾਡੀ ਜਿਹੜੀ ਹੈ ਉਹ ਸਾਂਝ ਵੱਲ ਇਸ਼ਾਰਾ ਕਰਦੀ ਹੈ। ਜੀ ਜੀ। ਤਾਂ ਮੈਂ ਇਹ ਕਹਿਣਾ ਚਾਹੁੰਦੀ ਕਿ ਗਜ਼ਲ ਦਾ ਜਿਹੜੀ ਹੈ ਇਹਦੇ ਨਾਲ ਜੁੜੀ ਇੱਕ ਤਲਖ ਹਕੀਕਤ ਇਹ ਹੈ ਕਿ ਇਹਦੇ ਵਿੱਚ ਜਦੋਂ ਆਪਾਂ ਕੋਈ ਵੀ ਗਜ਼ਲ ਲਿਖਣੀ ਹੁੰਦੀ ਹੈ ਤਾਂ ਗਜ਼ਲ ਨੂੰ ਲਿਖਣ ਤੋਂ ਪਹਿਲਾਂ ਗਜ਼ਲ ਵਿਧਾਨ ਦੇ ਮੁਤਾਬਕ ਸਾਨੂੰ ਬਹੁਤ ਸਾਰੀਆਂ ਬੰਦਸ਼ਾਂ ਨੂੰ ਨਿਭਾਉਣਾ ਪੈਂਦਾ ਹੈ। ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਗਜ਼ਲ ਨਾਲ ਜੁੜੀ ਹੋਈ ਕਿ ਸਾਨੂੰ ਖੁੱਲ੍ਹ ਵੀ ਹੁੰਦੀ ਹੈ ਕਿ ਅਸੀਂ ਇੱਕ ਗਜ਼ਲ ਦੇ ਵਿੱਚ ਇੱਕ ਮਤਲਬ ਵਿਸ਼ਾ ਲੈ ਕੇ ਲਿਖ ਲਈ ਸਾਰੀ ਗਜ਼ਲ, ਜਾਂ ਅਸੀਂ ਵੱਖ-ਵੱਖ ਵਿਸ਼ਿਆਂ ਵਿੱਚ, ਵੱਖ-ਵੱਖ ਸ਼ੇਅਰਾਂ ਦੇ ਵਿੱਚ ਵੱਖ-ਵੱਖ ਵਿਸ਼ੇ ਲੈ ਲਏ। ਸੋ ਇਹ ਗਜ਼ਲ ਦੀ ਸਭ ਤੋਂ ਜਿਹੜੀ ਮਤਲਬ ਅਲੱਗ ਵਿਲੱਖਣਤਾ ਹੈ ਜਿਹੜੀ ਕਿ ਇਹ ਸਾਰਿਆਂ ਤੋਂ ਕਾਵਿ ਰੂਪਾਂ ਤੋਂ ਵੱਖ ਕਰਦੀ ਹੈ। ਔਰ ਇਹ ਗੱਲ ਹੈਗੀ ਕਿ ਜਦੋਂ ਆਪਾਂ ਇੱਕ ਵਿਸ਼ੇ 'ਤੇ ਲਿਖਦੇ ਹਾਂ ਅਸੀਂ ਉਸ ਨੂੰ ਕਹਿੰਦੇ ਹਾਂ ਮੁਸਲਸਲ ਗਜ਼ਲ।
ਤੇ ਜਦੋਂ ਅਸੀਂ ਵੱਖ-ਵੱਖ ਵਿਸ਼ੇ ਤੇ ਲੈ ਕੇ ਜਿਹੜੀ ਗਜ਼ਲ ਲਿਖਦੇ ਹਾਂ, ਉਹਦੇ ਵਿੱਚ ਹਰ ਸ਼ੇਅਰ ਵੱਖਰੇ ਵੱਖਰੇ ਵਿਸ਼ੇ ਦਾ ਹੋਏਗਾ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਗੈਰ ਮੁਸਲਸਲ ਜੀ। ਤਾਂ ਗਜ਼ਲ ਦਾ ਜਿਹੜਾ ਕੋਸ਼ਗਤ ਅਰਥ ਹੈ, ਮੈਂ ਦੱਸਣਾ ਚਾਹੁੰਦੀ ਹਾਂ, ਉਹ ਹੈ ਔਰਤ ਨਾਲ ਗੱਲਾਂ ਕਰਨੀਆਂ, ਔਰਤ ਬਾਰੇ ਗੱਲਾਂ ਕਰਨੀਆਂ, ਔਰਤ ਦੇ ਹੁਸਨ ਦੀ ਤਾਰੀਫ ਕਰਨੀ, ਰੰਗ ਰੂਪ ਦੀ ਤਾਰੀਫ ਕਰਨੀ, ਜਾਂ ਇਉਂ ਕਹਿ ਲਓ ਕਿ ਮਹਿਬੂਬ ਨਾਲ ਗੱਲਾਂ ਕਰਨੀਆਂ, ਮਹਿਬੂਬ ਬਾਰੇ ਗੱਲਾਂ ਕਰਨੀਆਂ, ਜਾਂ ਮਹਿਬੂਬ ਦੇ ਹੁਸਨ ਦੇ ਗੱਲਾਂ ਕਰਨੀਆਂ। ਪਰ ਜਿੱਥੋਂ ਤੱਕ ਪੰਜਾਬੀ ਗਜ਼ਲ ਦਾ ਸੰਬੰਧ ਹੈ, ਜੀ ਜੀ, ਮੈਂ ਪੰਜਾਬੀ ਗਜ਼ਲ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਇਹ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀਆਂ ਗਜ਼ਲਾਂ ਲਿਖਦੀਆਂ ਜਾਂਦੀਆਂ ਰਹੀਆਂ, ਪਰ ਅੱਜ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ, ਉਹਦੇ ਵਿੱਚ ਤੁਹਾਡੀ ਸ਼ਰਾਬ, ਸ਼ਬਾਬ, ਸਾਕੀ, ਮਖਾਨੇ, ਹੁਸਨ, ਜ਼ੁਲਫਾਂ, ਇਹ ਸਾਰੀਆਂ ਵਲਗਣਾਂ ਤੋਂ ਹੁਣ ਸਾਡੀ ਜਿਹੜੀ ਇਹ ਗਜ਼ਲ ਬਾਹਰ ਆ ਚੁੱਕੀ ਹੈ। ਔਰ ਇਹ ਪੰਜਾਬੀ ਗਜ਼ਲ ਅੱਜ ਲੋਕ ਪੱਖੀ ਸਰੋਕਾਰਾਂ ਨਾਲ ਜੁੜ ਕੇ ਵਿਸ਼ਵ ਵਿਆਪਕ ਜਿੰਨੇ ਵੀ ਸਰੋਕਾਰ ਨੇ, ਜਿੰਨੇ ਵੀ ਵਰਤਾਰੇ ਉਹਨਾਂ ਨੂੰ ਆਪਣੇ ਕਲਾਵੇ 'ਚ ਲੈ ਰਹੀ ਹੈ। ਅੱਜ ਦੀ ਜਿਹੜੀ ਗਜ਼ਲ ਹੈ, ਇਹਦੇ ਵਿੱਚ ਸਾਡੀ ਪੁਖਤਾ ਪਰੰਪਰਾ ਵੀ ਹੈ, ਆਧੁਨਿਕਤਾ ਵੀ ਹੈ, ਉੱਤਰ ਆਧੁਨਿਕਤਾ ਵੀ ਹੈ, ਔਰ ਇਹ ਜਿਹੜੀ ਪੰਜਾਬੀ ਗਜ਼ਲ ਹੈ ਸਾਡੀ ਪੰਜਾਬੀ ਸੱਭਿਆਚਾਰ ਦੇ ਮੇਚ ਦੀ ਹੈ ਔਰ ਪੰਜਾਬਣ ਬਣ ਚੁੱਕੀ ਹੈ। ਕੀ ਬਾਤ ਹੈ। ਤਾਂ ਮੈਂ ਇਹਦੇ ਬਾਰੇ ਇੱਕ ਗਜ਼ਲ ਬਾਰੇ ਹੀ ਗਜ਼ਲ ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਤੁਸੀਂ ਇਹ ਗਜ਼ਲ ਨੂੰ ਪਰਿਭਾਸ਼ਿਤ ਕਰਨ ਲਈ ਇੱਕ ਗਜ਼ਲ ਲਿਖ ਦਿੱਤੀ ਹੈ, ਬਹੁਤ ਵਿਲੱਖਣ ਗੱਲ ਹੈ, ਤੇ ਅਸੀਂ ਉਹ ਗਜ਼ਲ ਜ਼ਰੂਰ ਸੁਣਨਾ ਚਾਹਾਂਗੇ। ਕਿਸ ਤਰ੍ਹਾਂ ਅਸੀਂ ਮਤਲਬ ਵਿਲੱਖਣ ਹੈ, ਕਿੱਦਾਂ ਅਸੀਂ ਵੱਖ-ਵੱਖ ਵਿਸ਼ੇ ਲੈ ਲੈਂਦੇ ਹਾਂ। ਤਾਂ ਗਜ਼ਲ ਦਾ ਜੋ ਮਤਲਬ ਹੈ, ਮੋਰ ਵਾਂਗੂ ਪਹਿਲਾਂ ਪਾਉਂਦੀ ਹੈ ਗਜ਼ਲ, ਮੋਰ ਵਾਂਗੂ ਪਹਿਲਾਂ ਪਾਉਂਦੀ ਹੈ ਗਜ਼ਲ, ਮੜਕ ਤੇ ਤੁਰਨਾ ਸਿਖਾਉਂਦੀ ਹੈ ਗਜ਼ਲ। ਵਾਹ ਵਾਹ, ਮੋਰ ਵਾਂਗੂ ਪਹਿਲਾਂ ਪਾਉਂਦੀ ਹੈ ਗਜ਼ਲ, ਮੜਕ ਤੇ ਤੁਰਨਾ ਸਿਖਾਉਂਦੀ ਹੈ ਗਜ਼ਲ, ਖੂਬਸੂਰਤ ਮਹਿਫਲਾਂ ਦਾ ਹੈ ਸ਼ਿੰਗਾਰ, ਖੂਬਸੂਰਤ ਮਹਿਫਲਾਂ ਦਾ ਹੈ ਸ਼ਿੰਗਾਰ, ਹਰ ਜਗ੍ਹਾ ਸਿੱਕਾ ਜਮਾਉਂਦੀ ਹੈ ਗਜ਼ਲ। ਤੋ ਸ਼ੇਰ ਹੈ, ਪੀੜ ਹੰਝੂ ਹੌਕਿਆਂ ਦੇ ਨਾਲ ਨਾਲ, ਪੀੜ ਹੰਝੂ ਹੌਕਿਆਂ ਦੇ ਨਾਲ ਨਾਲ, ਗੀਤ ਖੁਸ਼ੀਆਂ ਦੇ ਵੀ ਗਾਉਂਦੀ ਹੈ ਗਜ਼ਲ, ਫੁੱਲ ਮੁਰਝਾਏ, ਫੁੱਲ ਮੁਰਝਾਏ ਤਾਂ ਉਸਦੇ ਦਰਦ ਨੂੰ, ਫੁੱਲ ਮੁਰਝਾਏ ਤਾਂ ਉਸਦੇ ਦਰਦ ਨੂੰ ਦਰਦ ਆਪਣਾ ਵੀ ਬਣਾਉਂਦੀ ਹੈ ਗਜ਼ਲ। ਤੋ ਪੈਰ ਧਰਤੀ ਤੇ ਟਿਕਾ ਕੇ ਆਪਣੇ, ਪੈਰ ਧਰਤੀ ਤੇ ਟਿਕਾ ਕੇ ਆਪਣੇ, ਸੈਰ ਅੰਬਰ ਦੀ ਕਰਾਉਂਦੀ ਹੈ ਗਜ਼ਲ। ਤੋ ਸ਼ੇਰ ਹੈ, ਉਹ ਹੁੰਗਾਰੇ ਰਾਤ ਭਰ ਭਰਦੇ ਨੇ ਜਦ, ਉਹ ਹੁੰਗਾਰੇ ਰਾਤ ਭਰ ਭਰਦੇ ਨੇ ਜਦ, ਤਾਰਿਆਂ ਸੰਗ ਬਾਤ ਪਾਉਂਦੀ ਹੈ ਗਜ਼ਲ। ਤੋ ਇਸ ਵਿੱਚ ਆਵੇ ਰਵਾਨੀ ਹੋਰ ਵੀ, ਇਸ ਵਿੱਚ ਆਵੇ ਰਵਾਨੀ ਹੋਰ ਵੀ, ਬੰਦਸ਼ਾਂ ਜਦ ਵੀ ਨਿਭਾਉਂਦੀ ਹੈ ਗਜ਼ਲ, ਬੰਦਸ਼ਾਂ ਜਦ ਵੀ ਨਿਭਾਉਂਦੀ ਹੈ ਗਜ਼ਲ। तो मैं ये दसना चाहती हाँ कि बंदिशां बहुत ने पर फिर भी ये गज़ल निभा रही है, ਉਹਦੇ ਵਿੱਚ ਸਾਡੀ ਰਵਾਨੀ ਆਂਦੀ ਹੈ, ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੁਰ ਮਿਲਦਾ ਹੈ। ਬਿਲਕੁਲ ਬਿਲਕੁਲ ਜੀ। ਤੇ ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਗਜ਼ਲ ਨੂੰ ਪਰਿਭਾਸ਼ਿਤ ਕਰ ਦਿੱਤਾ ਗਜ਼ਲ ਦੇ ਵਿੱਚ ਹੀ, ਤੇ ਗਜ਼ਲ ਦੇ ਖੇਤਰ ਦੀ ਆਪਾਂ ਗੱਲ ਕਰ ਰਹੇ ਹਾਂ, ਗਜ਼ਲ ਦੀ ਗੱਲ ਕਰ ਰਹੇ ਹਾਂ, ਤੇ ਇਹ ਜਾਣਨਾ ਬਣਦਾ ਹੈ ਕਿ ਅਸੀਂ ਗਜ਼ਲ ਦੇ ਪਿਛੋਕੜ ਦੀ ਵੀ ਗੱਲ ਕਰੀਏ। ਸਾਨੂੰ ਗਜ਼ਲ ਦੇ ਪਿਛੋਕੜ ਬਾਰੇ ਜ਼ਰੂਰ ਦੱਸੋ। ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਹੜਾ ਮੂਲ ਰੂਪ ਤੇ ਗਜ਼ਲ ਸ਼ਬਦ ਹੈ ਜੀ, ਇਹ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ, ਜੋ ਜਿਹੜੇ ਈਰਾਨ ਦੇ ਜੰਮਪਲ ਖਲੀਲ ਬਿਨ ਅਹਿਮਦ ਜੀ ਨੇ ਇਹਨੂੰ ਹੋਂਦ ਵਿੱਚ ਲਿਆਂਦਾ ਇਸ ਸ਼ਬਦ ਨੂੰ। ਔਰ ਇਹ ਸਭ ਤੋਂ ਪਹਿਲਾਂ ਜਿਹੜੀ ਗਜ਼ਲ ਹੈ ਉਹ 7ਵੀਂ ਸਦੀ ਵਿੱਚ ਆਈ ਔਰ ਅਰਬੀ ਭਾਸ਼ਾ 'ਚ ਆਈ। तो अरबी भाषा तो बाद जी ये गज़ल है ये फारसी विच लिखी जान लगी और अरबी भाषा दे जिहड़ा शुरू तो आई तो उहदे जिहड़े मुढ़ले शायर सन वो जमील सन। अच्छा जी। इस तरह उस तो बाद अरबी भाषा तो आंदी आंदी ये फारसी भाषा च आ गई और फारसी भाषा दे विच इहने बड़ा मतलब उच्चा मुकाम हासिल करना शुरू कर दिता और उस तो बाद ये जिहड़ी हैगी पश्तो विच लिखी जान लगी। अच्छा जी। और पश्तो तो लिखण तो बाद जदों बाद विच ये कहा जान लगिया जो साडियां खोजां आईयां उहदे मुताबिक सी कि उर्दू विच गज़ल पहला आई, पर हुण जिहड़ी लेटेस्ट रिसर्च हुई है उहदे मुताबिक कहा गया है कि उर्दू दे विच बहुत बाद चाहिए, उस तो पहला पंजाबी ਜਿਹੜੀ ਭਾਸ਼ਾ ਚਾਹੀਏ। ਇੱਕ ਬਹੁਤ ਵਧੀਆ ਖੋਜ ਸਾਡੇ ਲਈ ਹੋਈ ਹੈ ਕਿ ਉਹਦੇ ਵਿੱਚ ਆ ਕਿਹਾ ਗਿਆ ਹੈ ਕਿ ਜਿਵੇਂ ਉਹਨਾਂ ਨੇ ਤੱਥ ਲਿਆਂਦੇ ਨੇ ਸਾਡੇ ਉਸਤਾਦ ਗਜ਼ਲ ਕੋ ਸੁਲੱਖਣ ਸਰਦੀ ਜੀ ਨੇ ਜੀ ਕਿ ਜਿਹੜੇ ਆਪਣਾ ਜੇ ਅਸੀਂ ਗੱਲ ਕਰਦੇ ਹੈਗੇ ਆ ਵੀ ਪੰਜਾਬੀ ਗਜ਼ਲ ਦੇ ਮੋਢੀ ਦੀ ਤਾਂ ਉਹ ਹਨ ਸ਼ਾਹ ਮੁਰਾਦ ਜੀ। ਅੱਛਾ ਜੀ। ਤੇ ਸ਼ਾਹ ਮੁਰਾਦ ਜੀ ਨੇ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਹ 1702 ਵਿੱਚ ਹੋਈ ਹੈ। ਅੱਛਾ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਉਰਦੂ ਗਜ਼ਲ ਦੀ ਤਾਂ ਉਰਦੂ ਗਜ਼ਲ ਦਾ ਜਿਹੜਾ ਮੁੱਢਲਾ ਹੈ ਮੋਢੀ ਹੈ ਉਹ ਹੈਗੇ ਨੇ ਵਲੀ
ਦੁਕਨੀ ਜੀ। ਅੱਛਾ ਜੀ। ਵਾਲੀ ਦੁਕਨੀ ਜੀ ਜਿਹੜੇ ਨੇ ਉਹਨਾਂ ਦੀ ਜਿਹੜੀ ਫੌਤ ਹੋਈ ਉਹ ਹੋਈ ਹੈ 1724 ਅੱਛਾ ਸੋ ਇਸ ਤੱਥਾਂ ਦੇ ਆਧਾਰ ਤੇ ਇਹ ਕਿਹਾ ਜਾਣ ਲੱਗਿਆ ਹੈ ਹੁਣ ਬਿਲਕੁਲ ਕਿ ਉਰਦੂ ਗਜ਼ਲ ਤੋਂ ਜਿਹੜੀ ਉਰਦੂ ਗਜ਼ਲ ਹੈ ਉਹ ਪੰਜਾਬੀ ਵਿੱਚ ਭਾਸ਼ਾ ਦੇ ਤੋਂ ਬਾਅਦ ਆਈ ਹੈ ਤੇ ਇਥੋਂ ਤੱਕ ਤੇ ਹੁਣ ਸੁਲੱਖਣ ਸਰਦੀ ਜਾਂ ਹੋਰ ਸਾਡੇ ਜਿਹੜੇ ਵਿਦਵਾਨ ਨੇ ਉਹ ਕਹਿ ਰਹੇ ਨੇ ਕਿ ਗਜ਼ਲ ਦਾ ਜਿਹੜਾ ਹੈ ਇਹ ਬਾਹਰਲਾ ਸਰੂਪ ਇਹ ਤੇ ਅਰਬੀ ਵਾਲਾ ਹੈ, ਫਾਰਸੀ ਵਾਲਾ ਹੈ, ਠੀਕ ਹੈ, ਪਰ ਗਜ਼ਲ ਦੀ ਹੋਂਦ, ਗਜ਼ਲ ਦਾ ਵਜੂਦ, ਗਜ਼ਲ ਦਾ ਆਧਾਰ ਸਾਡੀ ਜਿਹੜੀ ਭਾਰਤੀ ਸ਼ਲੋਕ ਪਰੰਪਰਾ ਹੈ ਉਹਦੇ ਤੇ ਆਧਾਰਿਤ ਹੈ। ਅੱਛਾ ਜੀ। ਹੁਣ ਸ਼ਲੋਕ ਪਰੰਪਰਾ ਦੀ ਜਿਹੜਾ ਮੁੱਢ ਹੈ ਉਹ ਰਿਗਵੇਦ ਨਾਲ ਜੁੜਦਾ ਹੈ ਜੀ ਤੇ ਇਸੇ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਾਤਮਾ ਬੁੱਧ ਦੀਆਂ ਜਿੰਨੀਆਂ ਵੀ ਸਿੱਖਿਆਵਾਂ ਨੇ ਉਹਨਾਂ ਸਿੱਖਿਆਵਾਂ ਤੇ ਜਿੰਨੇ ਵੀ ਆਧਾਰਿਤ ਸ਼ਲੋਕ ਸਿਰਜੇ ਗਏ ਨੇ ਉਹਦੇ ਵਿੱਚੋਂ ਵੀ ਪੰਜਾਬੀ ਜਿਹੜੀ ਗਜ਼ਲ ਦਾ ਆਭਾਸ ਆਉਂਦਾ ਹੈ। ਅੱਛਾ ਜੀ। ਜੇ ਹੁਣ ਅਸੀਂ ਪਾਕਿਸਤਾਨੀ ਗਜ਼ਲ ਚਿੰਤਕਾਂ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਜਿਹੜੇ ਆਪਣੇ ਬਾਬਾ ਸ਼ੇਖ ਫਰੀਦ ਜੀ ਨੇ ਉਹਨਾਂ ਦੇ ਜਿੰਨੇ ਵੀ ਸ਼ਲੋਕ ਨੇ ਉਹ ਤਾਂ ਮਤਲਬ ਇਹ ਪੰਜਾਬੀ ਗਜ਼ਲ ਹੈ, ਉਹ ਪੰਜਾਬੀ ਜਿਹੜੀ ਗਜ਼ਲ ਦਾ ਉਹਨੂੰ ਪਹਿਲਾ ਮੁੱਢਲਾ ਗਜ਼ਲਕਾਰ ਸਮਝਦੇ ਨੇ ਜਿਹੜੇ ਪਾਕਿਸਤਾਨੀ ਸਾਡੇ ਗਜ਼ਲ ਚਿੰਤਕ। ਤੇ ਜਦੋਂ ਸਾਡੇ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਜਿਹੜੇ ਨੇ ਉਹਨਾਂ ਨੂੰ ਬਾਬਾ ਸ਼ੇਖ ਫਰੀਦ ਜੀ ਨੂੰ ਪਾਕਿਸਤਾਨੀ ਗਜ਼ਲਕਾਰਾਂ ਨੇ ਜਾਂ ਗਜ਼ਲ ਚਿੰਤਕਾਂ ਨੇ ਮੁੱਢਲਾ ਗਜ਼ਲਕਾਰ ਕਹਿ ਦਿੱਤਾ ਤਾਂ ਹੁਣ ਸਾਡੇ ਵੀ ਜਿੰਨੀਆਂ ਵੀ ਖੋਜਾਂ ਹੋਣ ਦੇ ਆਧਾਰ ਤੇ ਇਹ ਕਿਹਾ ਜਾਣ ਲੱਗਿਆ ਕਿ ਬਾਬਾ ਸ਼ੇਖ ਫਰੀਦ ਜੀ ਦੇ ਜਿਹੜੇ ਸ਼ਲੋਕ ਨੇ ਉਹ ਵੀ ਗਜ਼ਲ ਦੇ ਹੀ ਸ਼ੇਅਰ ਮਤਲਬ ਮੰਨ ਲੈਣੇ ਚਾਹੀਦੇ ਨੇ। ਅੱਛਾ ਜੀ। तो इस तरह ਜਿਹੜਾ ਹੈ ਕਿ ਪੰਜਾਬੀ ਗਜ਼ਲ ਦਾ ਜਿਹੜਾ ਮੋਢੀ ਹੈ ਸਾਡਾ ਸ਼ਾਹ ਮੁਰਾਦ ਹੈ ਔਰ ਪੰਜਾਬੀ ਔਰਤਾਂ 'ਚ ਜੇ ਮੈਂ ਗੱਲ ਕਰਾਂ ਗਜ਼ਲਕਾਰਾਂ ਦੀ ਜੀ ਤਾਂ ਉਹਦੇ ਵਿੱਚ ਮੋਢੀ ਜਿਹੜੀ ਹੈ ਸਾਡੀ ਅੰਮ੍ਰਿਤਾ ਪ੍ਰੀਤਮ ਹੈ। ਹੁਣ ਅੰਮ੍ਰਿਤਾ ਪ੍ਰੀਤਮ ਨੇ ਭਾਵੇਂ ਜਿਹੜੇ ਜਦੋਂ ਜਿੰਨੇ ਕੁ ਵੀ ਸ਼ੇਅਰ ਲਿਖੇ ਨੇ ਜੀ ਉਹਨੇ ਉਹਦਾ ਕੋਈ ਹੈਡਿੰਗ ਨਹੀਂ ਦਿੱਤਾ ਤੇ ਪਰ ਉਹਦੇ ਜਿਹੜੇ ਗਜ਼ਲ ਮਤਲਬ ਸ਼ੇਅਰ ਸਨ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਬਹਿਰ ਵਿੱਚ ਰਹੇ ਨੇ ਔਰ ਉਹ ਬਕਾਇਦਾ ਜਿਹੜੇ ਨੇ ਉਹਦੀ ਰੁਕਨ ਹੈ। ਜਿਵੇਂ ਇੱਕ ਸ਼ੇਰ ਹੈ ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਲਈ। ਸੋ ਇਹ ਅੰਮ੍ਰਿਤਾ ਪ੍ਰੀਤਮ ਦਾ ਸ਼ੇਰ ਹੈ। ਉਸ ਤੋਂ ਬਾਅਦ ਪ੍ਰਭਜੋਤ ਕੌਰ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ। ਸੋ ਸਾਡਾ ਜਿਹੜਾ ਪਿਛੋਕੜ ਹੈ ਉਹਦਾ ਬਾਹਰਲਾ ਸਰੂਪ ਤਾਂ ਮੈਂ ਜਿਵੇਂ ਪਹਿਲਾਂ ਕਿ ਅਰਬੀ ਤੇ ਫਾਰਸੀ ਹੈ ਪਰ ਜਿਹੜਾ ਉਹਦਾ ਆਧਾਰ ਹੈ ਉਹ ਸਾਡੇ ਸ਼ਲੋਕ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਵੀ ਜਿਹੜੀ ਛੰਦਬਾਜ਼ ਸਾਰੀ ਜਿਹੜੀ ਹੈ ਸਾਡੀ ਕਵਿਤਾ ਸ਼ਲੋਕ ਹੈ ਉਹ ਇਹਦਾ ਹੀ ਸਾਰਾ ਇਸ਼ਾਰਾ ਹੈ। ਕੀ ਬਾਤ ਹੈ। ਤੇ ਇੱਕ ਸਮਾਂ ਆਇਆ ਸੀ ਕੁਝ ਸਮਾਂ ਜੇ ਆਪਾਂ ਪਿੱਛੇ ਚੱਲਦੇ ਹਾਂ ਕੁਝ ਦਹਾਕੇ ਪਿੱਛੇ ਚੱਲ ਜਾਈਏ ਤੇ ਕਹਿੰਦੇ ਨੇ ਕਿ ਗਜ਼ਲ ਦੀ ਵਿਧੀ ਦਾ ਬਹੁਤ ਵੱਡੇ ਲੈਵਲ ਤੇ ਵਿਰੋਧ ਕੀਤਾ ਗਿਆ ਸੀ ਤੇ ਕਾਫੀ ਮਤਲਬ ਕਿ ਚਿੰਤਕ ਵੀ ਇਸ ਦੇ ਖਿਲਾਫ ਖਲੋਤੇ, ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਫਿਰ ਵੀ ਇਸ ਨੇ ਗਜ਼ਲ ਨੇ ਬਹੁਤ ਬਾਉਂਸ ਬੈਕ ਕਰਕੇ ਸਾਹਮਣੇ ਆਈ ਤੇ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆਈ। ਤੇ ਤੁਸੀਂ ਉਸ ਸਮੇਂ ਨੂੰ ਕਿੱਦਾਂ ਵੇਖਦੇ ਹੋ ਤੇ ਮੌਜੂਦਾ ਦੌਰ ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚੋਂ ਨਿਕਲ ਕੇ ਗਜ਼ਲ ਦੁਬਾਰਾ ਮੌਜੂਦਾ ਦੌਰ ਦੇ ਵਿੱਚ ਆਈ ਹੈ ਇਸ ਸਾਰੇ ਸਮੇਂ ਨੂੰ ਕਿੱਦਾਂ ਦੇਖਦੇ ਹੋ? ਹਾਂਜੀ, ਮੈਂ ਆਪਣਾ ਸ਼ੁਕਰਗੁਜ਼ਾਰ ਜੀ ਦੱਸਣਾ ਚਾਹਾਂਗੀ ਕਿ ਅੱਜ ਦੀ ਜਿਹੜੀ ਮੌਜੂਦਾ ਸਥਿਤੀ ਹੈ ਨਾ ਉਹ ਤੇ ਬਹੁਤ ਹੀ ਪੰਜਾਬੀ ਗਜ਼ਲ ਦੀ ਖਾਸ ਤੌਰ ਤੇ ਕਹਾਂਗੇ ਬਹੁਤ ਹੀ ਮਾਣਮੱਤੀ ਤੇ ਸ਼ਾਨਾਮੱਤੀ ਹੈ ਕਿਉਂਕਿ ਇਹਦੇ ਨਾਲ ਹਜ਼ਾਰਾਂ ਹੀ ਸ਼ਾਇਰ ਜਿਹੜੇ ਨੇ ਹੁਣ ਜੁੜ ਰਹੇ ਨੇ। ਔਰ ਮੈਨੂੰ ਯਾਦ ਹੈ ਕਿ 1990 ਦੇ ਵਿੱਚ ਲਾਸਟ ਜਿਹੜੇ ਕਿ ਜਦੋਂ ਮੈਂ ਮਤਲਬ ਕਰਨਾ ਸੀ ਗਜ਼ਲ ਵਾਲੀ ਆਈ ਸਾਂ ਤਾਂ ਉਦੋਂ ਸਿਰਫ ਜਿਹੜੇ ਸੀ ਕਿ ਉਂਗਲਾਂ ਦੇ ਪੋਟਿਆਂ ਤੇ ਲਿਖਣ ਵਾਲੀਆਂ ਔਰਤਾਂ ਵੀ ਸਨ। ਅੱਛਾ ਜੀ। ਤੇ ਹੁਣ ਜਿਹੜੀ ਹੈਗੀ ਜਦੋਂ ਮੈਂ 2017 ਵਿੱਚ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦਾ ਸ਼ਬਦਬੰਦ ਮੈਗਜ਼ੀਨ ਨਿਕਲਦਾ ਹੈ ਉਹਦਾ ਫਰਵਰੀ ਅੰਕ ਜਿਹੜਾ ਸੀਗਾ ਉਹ ਨਾਰੀ ਗਜ਼ਲ ਵਿਸ਼ੇਸ਼ ਅੰਕ ਵਜੋਂ ਕੱਢਿਆ ਗਿਆ ਜੀ ਤਾਂ ਉਹਦੇ ਵਿੱਚ ਮੈਨੂੰ ਮਹਿਮਾਨ ਸੰਪਾਦਕ ਬਣਾਇਆ ਗਿਆ। ਤੇ ਉਸ ਵਕਤ ਮੈਂ ਦੇਖਿਆ ਜਦੋਂ ਮੈਂ ਸਾਰੀਆਂ ਇਕੱਤਰ ਕੀਤੀਆਂ ਆਪਣੀਆਂ ਪੰਜਾਬੀ ਦੀਆਂ ਗਜ਼ਲਕਾਰਾਂ ਤਾਂ ਉਸ ਵੇਲੇ 75 ਗਜ਼ਲਕਾਰਾਂ ਆ ਗਈਆਂ। ਕਿੱਥੇ ਉਂਗਲਾਂ ਤੇ ਪੋਟਿਆਂ ਤੇ ਗਿਣਨ ਵਾਲੀਆਂ ਕਿਤੇ ਉਹ ਮਤਲਬ ਆ ਗਈ ਪਰ ਜਦੋਂ ਅੱਜ ਗੱਲ ਕਰਦੇ ਹਾਂ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਔਰਤਾਂ ਵੀ ਲਿਖ ਰਹੀਆਂ ਨੇ। ਤੇ ਇਸ ਤਰ੍ਹਾਂ ਜਿਹੜਾ ਹੈ ਇਹਦਾ ਤਾਂ ਮਤਲਬ ਬਹੁਤ ਜ਼ਿਆਦਾ ਸਥਿਤੀ ਬਹੁਤ ਵਧੀਆ। ਇੱਕ ਦਹਾਕੇ ਤੋਂ ਮੈਂ ਇਹ ਵੀ ਸ਼ੁਕਰਗੁਜ਼ਾਰ ਦੀ ਨੋਟਿਸ 'ਚ ਆਇਆ ਕਿ ਜਿਹੜੇ ਨੇ ਹੋਰ ਵਿਧਾਵਾਂ 'ਚ ਲਿਖਣ ਵਾਲੇ ਸਾਡੇ ਲੇਖਕ ਨੇ ਉਹ ਵੀ ਗਜ਼ਲ ਵਿਧਾ ਵੱਲ ਆ ਰਹੇ ਨੇ। ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਪਰ ਮੈਂ 2-3 ਦਾ ਨਾਮ ਜ਼ਰੂਰ ਲੈਣਾ ਚਾਹਾਂਗੀ ਕਿਉਂਕਿ ਗੁਰਦਿਆਲ ਦਲਾਲ ਜੀ ਸਾਡੇ ਉਹ ਸਿਰਮੌਰ ਕਹਾਣੀਕਾਰ ਨੇ ਤਾਂ ਉਹਨਾਂ ਨੇ ਬਹੁਤ ਕਹਾਣੀਆਂ ਮਤਲਬ ਉਹਨਾਂ ਦੀਆਂ ਕਿਤਾਬਾਂ ਆਈਆਂ ਪਰ ਪਿਛਲੇ ਕੁਝ ਅਰਸੇ ਤੋਂ ਉਹ ਗਜ਼ਲ ਵਿਧਾ ਵੱਲ ਮੁੜ ਗਏ ਔਰ ਗਜ਼ਲ ਵਿਧਾ ਦੇ ਨਾਲ ਮੁੜਨ ਦੇ ਨਾਲ ਉਹਨਾਂ ਦੇ ਹੁਣ 6 ਗਜ਼ਲ ਸੰਗ੍ਰਹਿ ਵੀ ਆ ਚੁੱਕੇ ਨੇ ਔਰ ਫਿਰ ਇੱਕ ਉਸਤਾਦ ਗਜ਼ਲ ਬਣ ਕੇ ਬਕਾਇਦਾ ਤਰਾ ਮਿਸਰਾ
ਦਿੰਦੇ ਨੇ, ਕਈ ਵਾਰੀ ਆਪਣੀ ਜ਼ਮੀਨ ਦਿੰਦੇ ਨੇ ਇੱਕ ਸ਼ੇਅਰ ਦੇ ਕੇ ਪਹਿਲੇ ਦੀ, ਤਾਂ ਉਹਦੇ ਤੇ ਗਜ਼ਲਾਂ ਲਿਖਵਾ ਰਹੇ ਨੇ। ਔਰ ਇਸੇ ਤਰ੍ਹਾਂ ਫਿਰ ਸੁਰਿੰਦਰ ਰਾਮਪੁਰੀ ਜੀ ਨੇ, ਉਹ ਵੀ ਬਹੁਤ ਅੱਛੇ ਕਹਾਣੀਕਾਰ ਨੇ। ਤਾਂ ਉਹ ਵੀ ਗਜ਼ਲ ਵਿਦਾ ਵੱਲ ਇੰਨੇ ਜ਼ਿਆਦਾ ਪ੍ਰੇਰਿਤ ਹੋ ਗਏ ਕਿ ਹੁਣ ਉਹ ਗੁਰਦਿਆਲ ਦਲਾਲ ਜੀ ਤਾਂ ਦੋਨੋਂ ਮਿਲ ਕੇ ਉਹਨਾਂ ਨੇ 2 ਕਿਤਾਬਾਂ, ਸੁੰਨੀ ਅੱਖ ਦਾ ਸੁਪਨਾ, ਸੁਪਨਾ ਤੇ ਸਾਂਝਾ ਸੰਸਾਰ, ਇਹ ਜਿਹੜੇ ਨੇ ਸੰਗ੍ਰਹਿ ਉਹਨਾਂ ਨੇ ਦਿੱਤੇ ਨੇ। ਤਾਂ ਇਹ ਬਹੁਤ ਵੱਡੀ ਗੱਲ ਹੈ। ਇਸੇ ਤਰ੍ਹਾਂ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕੁਮਾਰ ਗੁਪਤਾ ਜੀ, ਉਹ ਵੀ ਪਹਿਲਾਂ ਨਾਵਲ ਬਹੁਤ ਲਿਖਦੇ ਸੀ, ਸਿਰਫ ਨਾਵਲਕਾਰ ਸੀਗੇ, ਤੇ ਉਹ ਫਿਰ ਆਪਣਾ 2 ਦੂਣੀ 5 ਲਿਖੇ, ਉਹ ਵੀ ਕਿਉੜੇ ਕੇਸਰ ਦੇ ਨਾਲ ਇੱਧਰ ਆ ਗਏ। ਬਿਲਕੁਲ। ਤੇ ਤੁਸੀਂ ਇੱਕ ਮਿੰਟ, ਮੈਂ ਤੁਹਾਡੇ ਜਿਹੜੇ ਕਹਿੰਦੇ ਨਾ ਜਿਹੜਾ ਦੌਰ ਆਇਆ, ਥੋੜਾ ਜਿਹਾ ਦੌਰ ਬਾਰੇ ਦੱਸਣਾ ਚਾਹਾਂਗੇ ਕਿ 1965-70 ਦੇ ਵਿੱਚ ਵਾਕਈ ਇਹਦਾ ਜਿਹੜਾ ਦੌਰ ਇਹੋ ਜਿਹਾ ਸੀ ਕਿ ਇਹਦੇ ਬਹੁਤ ਵਿਰੋਧ ਹੋਇਆ। ਤਾਂ ਈਵਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਆਲੋਚਕ, ਖੁੱਲੀ ਕਵਿਤਾ ਲਿਖਣ ਵਾਲੇ ਸਰੇਆਮ ਇਹ ਕਹਿਣ ਲੱਗੇ ਕਿ ਵੀ ਪੰਜਾਬੀ ਜਿਹੜੀ ਗਜ਼ਲ ਹੈ ਸਿਰਫ ਅਰਬੀ, ਫਾਰਸੀ ਤੇ ਉਰਦੂ ਦੇ ਲਈ ਇੱਕ ਅਨੁਕੂਲ ਹੈ, ਪੰਜਾਬੀ ਵਿੱਚ ਲਿਖਣਾ ਗਜ਼ਲ ਹੀ ਫਜ਼ੂਲ ਹੈ। ਉਸ ਵੇਲੇ ਇਹ ਕਿਹਾ ਗਿਆ ਕਿ ਖੁੱਲੀ ਕਵਿਤਾ ਦਾ ਮਤਲਬ ਦੇ ਨਾਲ ਅਸੀਂ ਸਾਡੇ ਵਿਚਾਰ ਨਹੀਂ ਮਰਦੇ, ਪਰ ਜਦੋਂ ਅਸੀਂ ਗਜ਼ਲ ਲਿਖਣ ਲੱਗੇ ਹਾਂ, ਤੋਲ ਤੁਕਾਂਤ ਕਰਦੇ ਹਾਂ, ਤਾਂ ਗਜ਼ਲ ਦੇ ਵਿਚਾਰ ਮਤਲਬ ਜਿਹੜੇ ਸਾਡੇ ਵਿਚਾਰ ਆਂਦੇ ਮਰ ਜਾਂਦੇ ਨੇ। ਪਰ ਉਸ ਵੇਲੇ ਡਾਕਟਰ ਸਾਧੂ ਸਿੰਘ ਹਮਦਰਦ ਵਰਗੇ ਉਸਤਾਦਾਂ ਨੇ ਮਤਲਬ ਬਹੁਤ ਕੀਤਾ। ਉਹਨਾਂ ਨੇ ਅਜੀਤ ਦੇ 2 ਪੰਨੇ ਜਿਹੜੇ ਸੀਗੇ ਇਸ ਲਈ ਸਮਰਪਿਤ ਕਰ ਦਿੱਤੇ ਕਿ ਗਜ਼ਲ ਨੂੰ ਕਰਨਾ ਹੈ। ਗਜ਼ਲ ਫੁਲਵਾੜੀ ਕਾਲਮ ਸ਼ੁਰੂ ਕੀਤਾ ਗਿਆ। ਉਹ ਇਸ ਤਰ੍ਹਾਂ ਕਰਕੇ ਉਹਦੇ ਵੱਲੋਂ ਪ੍ਰਿੰਸੀਪਲ ਤਖਤ ਸਿੰਘ ਹੈ, ਡਾਕਟਰ ਠਾਕੁਰ ਭਾਰਤੀ, ਬਿਲਕੁਲ ਜੀ, ਬਿਲਕੁਲ। ਕਈ ਐਸੇ ਨਾਂ ਨੇ ਜਿਨ੍ਹਾਂ ਨੇ ਗਜ਼ਲ ਦੇ ਖੇਤਰ ਦੇ ਵਿੱਚ ਹਰ ਗਜ਼ਲ ਨੂੰ ਬਹੁਤ ਪ੍ਰਫੁੱਲਤ ਕੀਤਾ। ਬਿਲਕੁਲ ਜੀ, ਬਿਲਕੁਲ। ਅੱਜ ਜਿਹੜਾ ਗਜ਼ਲ ਦਾ ਮੁਕਾਮ ਹੈ, ਮੈਂ ਕਹਿੰਦੀ ਹਾਂ ਉਹਨਾਂ ਉਸਤਾਦ ਗਜ਼ਲ ਦੀ ਹੀ ਦੇਣ ਹੈ। ਪ੍ਰਿੰਸੀਪਲ ਤਖਤ ਸਿੰਘ ਹੋਏ, ਆਪਣਾ ਬਾਬਾ ਬੋਟ, ਦੀਪਕ ਜਤੋਈ ਜੀ ਹੋਏ, ਜੋ ਜਿਹੜੇ ਵੀ ਨੇ। ਹਾਂ, ਬਿਲਕੁਲ ਜੀ, ਬਿਲਕੁਲ ਜੀ। ਇਹ ਗੱਲਾਂ ਬਾਤਾਂ ਅਸੀਂ ਜਾਰੀ ਰੱਖਾਂਗੇ, ਪਰ ਸਮਾਂ ਹੋ ਗਿਆ ਹੈ ਜੀ ਗੱਲਾਂ ਤੇ ਗੀਤ ਵਿੱਚ ਇੱਕ ਗੀਤ ਸ਼ਾਮਲ ਕਰਨ ਦਾ। ਆਓ ਜੁੜਦੇ ਹਾਂ ਗੀਤ ਦੇ ਨਾਲ। ये जो कौलो करार है क्या है, ये जो कौलो करार है क्या है, शक है या एतबार है क्या है। ये जो उठता है दिल में रह कर, ये जो उठता है दिल में रह कर, अब्र है या गुबार है क्या है, अब्र है या गुबार है क्या है। ज़ेरे लब एक झलक तबस्सुम की, ज़ेरे लब एक झलक तबस्सुम की, बर्क़ है या शरार है क्या है, बर्क़ है या शरार है क्या है। कोई दिल का मकाम समझाओ, कोई दिल का मकाम समझाओ, घर है या रह गुजार है क्या है, घर है या रह गुजार है क्या है।
गुजार है, क्या है दीद है, इंतजार है, क्या है ये जो कौलो करार है, क्या है शक है या एतबार है, क्या है ये जो कौलो करार है, क्या है। ਜੀ ਦੋਸਤੋ, ਅੱਜ ਅਸੀਂ ਗੱਲ ਕਰ ਰਹੇ ਹਾਂ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਗਜ਼ਲ ਦੀ। ਇਸ ਗਜ਼ਲ ਦੀ ਵਿਧੀ ਦੇ ਨਾਲ ਕਿਸ ਤਰ੍ਹਾਂ ਜੁੜਨਾ ਚਾਹੀਦਾ ਹੈ, ਜੇ ਅਸੀਂ ਗਜ਼ਲ ਲਿਖਣਾ ਚਾਹੁੰਦੇ ਹਾਂ ਤਾਂ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ, ਉਸਤਾਦ ਤੇ ਸ਼ਾਗਿਰਦ ਦਾ ਕਿੰਨਾ ਕੁ ਮਹੱਤਵ ਹੈ, ਇਸ ਉੱਤੇ ਵੀ ਅਸੀਂ ਗੱਲਬਾਤ ਕਰਨੀ ਹੈ। ਤੇ ਡਾਕਟਰ ਗੁਰਚਰਨ ਕੌਰ ਕੋਚਰ ਜੀ ਮੇਰੇ ਨਾਲ ਨੇ। ਇਹ ਡਾਕਟਰ ਸਾਹਿਬ, ਇੱਕ ਔਖੀ ਵਿਧੀ ਮੰਨੀ ਗਈ ਹੈ ਗਜ਼ਲ, ਹੈ ਨਾ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਬਹੁਤ ਬੰਦਿਸ਼ਾਂ ਦੇ ਵਿੱਚ ਵੀ ਰਹਿਣਾ ਪੈਂਦਾ ਹੈ, ਸਾਰਾ ਕੁਝ ਨਾਪ ਤੋਲ ਵੀ ਕਰਨਾ ਪੈਂਦਾ ਹੈ, ਫਿਰ ਕਿਸ ਤਰ੍ਹਾਂ ਇੱਕ ਹਰੇਕ ਸ਼ੇਅਰ ਆਪਣਾ ਵੱਖਰਾ ਟੇਸਟ ਰੱਖਦਾ ਹੈ, ਆਪਣੇ ਆਪ ਵਿੱਚ ਆਜ਼ਾਦ ਵੀ ਹੈ। ਤੇ ਇਸ ਔਖੀ ਵਿਧੀ ਦੇ ਵੱਲ ਤੁਹਾਡਾ ਝੁਕਾਅ ਹੋਇਆ, ਇਹ ਕਿਸ ਤਰ੍ਹਾਂ ਸਬੱਬ ਬਣਿਆ? ਹਾਂ, ਸ਼ੁਕਰੀਆ ਜੀ। ਪਹਿਲੀ ਗੱਲ ਤਾਂ ਇਹ ਹੈਗੀ ਕਿ ਇਹ ਸਾਡਾ ਨਜ਼ਰੀਆ, ਕਿਸੇ ਨੂੰ ਔਖਾ ਸਮਝੀਏ ਜਾਂ ਸੌਖਾ ਸਮਝੀਏ, ਮੇਰੇ ਹਿਸਾਬ ਨਾਲ ਤੇ ਨਥਿੰਗ ਇਜ਼ ਇੰਪੋਸੀਬਲ, ਹਰ ਕੋਈ ਸੰਭਵ ਹੈ। ਔਰ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਕਹਿੰਦੀ ਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਲਿਖਣ ਦੀ ਗੁਰਤੀ ਪਹਿਲਾਂ ਤਾਂ ਆਪਣੇ ਵਿਰਾਸਤ 'ਚ ਮਿਲੀ ਹੈ, ਕਿਉਂਕਿ ਮੇਰੇ ਪਿਤਾ ਜੀ ਸ਼੍ਰੀ ਸਰਦਾਰ ਸਿੰਘ ਚਾਵਲਾ ਖੁਦ ਇੱਕ ਰਾਈਟਰ ਸਨ। ਉਹ ਪੰਜਾਬੀ ਦੇ ਵਿੱਚ ਵੀ, ਉਰਦੂ ਵਿੱਚ ਵੀ ਹਾਸ-ਰਸ ਤੇ ਧਾਰਮਿਕ ਕਵਿਤਾਵਾਂ ਲਿਖਦੇ ਸਨ, ਤੇ ਉਹਨਾਂ ਦੀਆਂ ਧਾਰਮਿਕ ਕਵਿਤਾਵਾਂ ਜਿਹੜੀਆਂ ਨੇ ਉਹ ਗੁਰਮਤਿ ਅਦਾਰਿਆਂ ਵਿੱਚ ਮਕਬੂਲ ਵੀ ਬਹੁਤ ਹੋਈਆਂ। ਤੇ ਮੇਰੇ ਬਚਪਨ ਵਿੱਚ ਮੇਰੇ ਪਿਤਾ ਜੀ ਮੈਨੂੰ ਖਿਡਾਣਿਆਂ ਰੂਪੀ ਕਵਿਤਾਵਾਂ ਨਾਲ ਰਚਾਉਂਦੇ ਸਨ, ਤੇ ਆਪਣਾ ਮੈਨੂੰ ਰੁੱਸੀ ਹੋਈ ਨੂੰ ਮਨਾਉਂਦੇ ਸਨ ਤੇ ਰੋਂਦੀ ਹੋਈ ਨੂੰ ਹਸਾਉਂਦੇ ਸਨ। ਤੋ ਛੰਦਬੱਧ ਜਿਹੜੀ ਹੈਗੀ ਨਾ ਇੱਕ ਬਦਤਾ, ਉਹ ਮੇਰੇ ਅਵਚੇਤਨ ਮਨ ਦੇ ਨਾਲ ਨਾਲ ਹੀ ਰਹੀ। ਔਰ ਵਿਆਹ ਤੋਂ ਬਾਅਦ ਮੇਰਾ ਜਿਹੜੇ ਆਪਣੇ ਪੇਕੇ ਪਰਿਵਾਰ ਤੋਂ ਸਹੁਰੇ ਪਰਿਵਾਰ ਦੇ ਵਿੱਚ ਉਹ ਯਾਦਾਂ ਦੇ ਰੂਪ 'ਚ, ਦਾਜ ਦੇ ਰੂਪ 'ਚ ਕਹਿ ਲਓ, ਯਾਦਾਂ ਦੇ ਦਾਜ ਦੇ ਵਿੱਚ ਉਹ ਜਿਹੜੀ ਹੈਗੀ ਸੀ ਉਹਨਾਂ ਦੀ ਲਿਖਣ ਦੀ ਗੁਰਤੀ, ਉਹ ਮੇਰੇ ਨਾਲ ਰਹੀ। ਤਾਂ ਜਦੋਂ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਗਵਰਨਮੈਂਟ ਸੀਨੀਅਰ ਸੈਕੰਡਰੀ ਮਾਡਲ ਸਕੂਲ 'ਚ ਪੜ੍ਹਾ ਰਹੀ ਸੀ, ਤਾਂ ਮੇਰੀ ਡਿਊਟੀ ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਦੇ ਤਿਆਰ ਕਰਾਉਣ ਲਈ ਲੱਗਦੀ ਸੀ। ਤੇ ਇੱਕ ਦਿਨ ਮੈਂ ਉਹਨਾਂ ਨੂੰ ਟੌਪਿਕ ਸੀ ਵਾਰਤਕ ਦਾ, ਤੇ ਆਪਣਾ ਜਿਹੜਾ ਉਹ ਮੈਂ ਕਰਵਾ ਰਹੀ ਸੀਗੀ ਆਜ਼ਾਦੀ ਅਤੇ ਦੇਸ਼ ਦੀ ਵੰਡ ਦੇ ਦੁੱਖੜੇ। ਤੇ ਉਦੋਂ ਜਦੋਂ ਮੈਂ ਕਰਵਾ ਰਹੀ ਸੀ, ਸੱਚ ਜਾਣਿਓ ਕਿ ਉਸ ਵੇਲੇ ਮੇਰੇ ਬਾਬਲ ਦੀ ਸ਼ਾਇਰੀ ਇੱਕਦਮ ਮੇਰੇ ਆਲੇ ਦੁਆਲੇ ਆ ਗਈ। ਤੇ ਉਸ ਵੇਲੇ ਜਦੋਂ ਮੇਰੇ ਕੋਲ ਕਾਵਿ ਸਤਰਾਂ ਲਿਖੀਆਂ ਗਈਆਂ, ਉਹ ਸਨ ਇਤਿਹਾਸ ਆਜ਼ਾਦੀ ਦਾ। ਮੈਂ ਜਦ ਵੀ ਪੜ੍ਹਦੀ ਹਾਂ ਹੰਝੂਆਂ ਦੇ ਸਾਗਰ ਦੇ ਵਹਿਣਾਂ ਵਿੱਚ ਹਟਦੀਆਂ। ਸੋ ਇੱਕ ਇਹ ਵੀ ਮਤਲਬ ਬੈਰ ਵਿੱਚ ਆਏ। ਜਦੋਂ ਮੈਂ ਲਾਸਟ ਵਿੱਚ ਜਿਹੜੀ ਉਹਦਾ ਐਂਡ ਮਤਲਬ ਸੀ ਕਵਿਤਾ ਦਾ, ਤਾਂ ਇਹ ਮਹਿਲ ਆਜ਼ਾਦੀ ਦਾ ਅਸੀਂ ਟੈਨ ਨਹੀਂ ਦੇਣਾ, ਤੇ ਇਸ ਵਿੱਚ ਨੇਰੇ ਨੂੰ ਕਦੇ ਰਹਿਣ ਨਹੀਂ ਦੇਣਾ। ਤਾਂ ਇਹ ਜਦੋਂ ਛੰਦਬੱਧ ਆ ਗਈ, ਤਾਂ ਉਸ ਤੋਂ ਬਾਅਦ ਮੈਨੂੰ ਇਹ ਹੋ ਗਿਆ, ਮੈਂ ਛੰਦਬੱਧ ਕਵਿਤਾਵਾਂ ਲਿਖਣ ਲੱਗੀ, ਗੀਤ ਲਿਖੇ, ਲੇਖ ਵੀ ਲਿਖੇ। ਫਿਰ ਮੈਂ ਪੰਜਾਬੀ ਭਵਨ 'ਚ ਜਾਣ ਲੱਗੀ। ਪੰਜਾਬੀ ਭਵਨ ਦੇ ਵਿੱਚ ਮੈਂ ਸਹਿਜ ਸਭਾਵਾਂ 'ਚ ਜਾਂਦੀ ਸੀ, ਔਰ ਸਿਰਦਨ ਧਾਰਾ ਵਿੱਚ, ਤੇ ਉਸ ਤੋਂ ਬਾਅਦ ਗਜ਼ਲ ਮੰਚ, ਜਿੱਥੇ ਅਜਾਇਬ ਚਿੱਤਰਕਾਰ ਜੀ ਸਨ, ਹਰਭਜਨ ਤਰਨਾ ਜੀ, ਇਸ ਤਰ੍ਹਾਂ ਬਹੁਤ ਹੀ ਗਜ਼ਲਾਂ ਸੁਣਾਈਆਂ ਜਾਂਦੀਆਂ ਸੀ। ਔਰ ਜਦੋਂ ਮੈਂ ਗਜ਼ਲਾਂ ਸੁਣਦੀ ਸਾਂ ਤਾਂ ਮੈਨੂੰ ਬਹੁਤ ਹੀ ਅੱਛਾ ਲੱਗਦਾ ਸੀ। ਇੱਕ ਕਿਸਮ ਦਾ ਮੈਨੂੰ ਲੱਗਦਾ ਸੀ ਜਿਵੇਂ ਗਜ਼ਲ ਸੁਣਨਾ, ਪੜ੍ਹਨਾ, ਲਿਖਣਾ ਮੇਰੀ ਰੂਹ ਦੀ ਖੁਰਾਕ ਬਣ ਗਿਆ। ਉਹ ਜਦੋਂ ਮੇਰੀ ਰੂਹ ਦੀ ਖੁਰਾਕ ਬਣ ਗਈ, ਮੈਨੂੰ ਸਕੂਨ ਮਿਲਣ ਲੱਗਿਆ, ਤਾਂ ਫਿਰ ਮੈਂ ਨੈਚੁਰਲੀ ਗਜ਼ਲ ਵਾਲੀ ਸੀਗਾ, ਤੇ ਮੈਂ ਗਜ਼ਲਾਂ ਵੱਲ ਆਈ। ਇੱਕ ਨਾ ਇਹ ਇੱਕ ਵੰਨਗੀਆਂ ਹੁੰਦੀਆਂ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਕਵਿਤਾ ਦੇ ਵਿੱਚ ਗੀਤ ਵੀ ਆ ਜਾਂਦੇ ਨੇ, ਦੋਹੇ ਵੀ ਆ ਜਾਂਦੇ ਨੇ, ਰਬਾਈ ਵੀ ਆ ਜਾਂਦੇ ਨੇ, ਤੇ ਕੀ ਗਜ਼ਲ ਦੇ ਖੇਤਰ ਵਿੱਚ ਵੀ ਕੋਈ ਐਸੀਆਂ ਵੰਨਗੀਆਂ ਜੁੜੀਆਂ ਹੁੰਦੀਆਂ ਨੇ? ਹਾਂਜੀ, ਗਜ਼ਲਾਂ ਦੀ ਮੇਨ ਜਿਹੜੀ ਹੈਗੀ ਮਤਲਬ ਇੱਕ ਵੰਨਗੀਆਂ ਹੈ, ਜਿਵੇਂ ਕਿ ਇਹਦੇ ਵਿੱਚ ਆਪਾਂ ਇਹ ਕਹਿਰੇ ਕਾਫੀਏ ਵਾਲੀ ਗਜ਼ਲ ਹੁੰਦੀ ਹੈ। ਇਹ ਕਹਿਰੇ ਕਾਫੀਏ ਵਾਲੀ ਗਜ਼ਲ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਜਿਹੜਾ ਤੁਹਾਡਾ ਮਿਸਰਾ ਹੈ, ਉਹਦੇ ਪਹਿਲੇ ਲਾਈਨ ਇੱਕੋ ਹੀ ਕਾਫੀਆ ਆਏਗਾ, ਪੂਰੇ ਮਿਸਰੇ 'ਚ ਅਗਲੇ ਲਾਈਨ ਵਿੱਚ ਇੱਕ ਹੀ ਕਾਫੀਆ ਆਏਗਾ, ਕਾਫੀਏ ਤੋਂ ਬਾਅਦ ਰਦੀਫ ਲੱਗਦੀ ਹੈ। ਠੀਕ ਹੈ, ਉਹ ਇੱਕ ਕਾਫੀਆ ਗਜ਼ਲ ਹੋ ਗਈ। ਕਹਿਰਾ ਕਾਫੀਆ ਆਪਾਂ ਕਹਿੰਦੇ ਹਾਂ, ਤੇ ਇਹ ਕਹਿਰੇ ਕਾਫੀਏ 'ਚ ਉਸੇ ਤਰ੍ਹਾਂ ਹੀ ਹਿਸਾਬ ਰਹਿੰਦਾ ਹੈ ਕਿ ਜਿਹੜਾ ਪਹਿਲਾਂ ਉਹਦਾ ਮੁਖੜਾ ਹੈ, ਜਿਵੇਂ ਆਪਾਂ ਗੀਤ ਦਾ ਮੁਖੜਾ ਕਹਿੰਦੇ ਹਾਂ, ਪਹਿਲੇ ਸ਼ੇਰ ਨੂੰ ਅਸੀਂ ਕਹਿੰਦੇ ਹਾਂ ਮਤਲਾ, ਔਰ ਅਖੀਰਲੇ ਸ਼ੇਰ ਦੇ ਵਿੱਚ ਜਿੱਥੇ ਕਿ ਸ਼ਾਇਰ ਆਪਣਾ ਉਪਨਾਮ ਜਾਂ ਤਖੱਲਸ ਵਰਤ ਲੈਂਦਾ ਹੈ, ਉਹ ਹੁੰਦਾ ਮਕਤਾ, ਤੇ ਵਿੱਚ ਹੁੰਦੇ ਨੇ ਸ਼ੇਰ, ਤੇ ਬਾਕੀ ਸਭ ਕੁਝ ਏਦਾਂ ਹੀ ਰਹਿੰਦਾ। ਪਰ ਉਹ ਕਹਿਰਾ ਕਾਫੀਆ ਵਾਲੀ ਗਜ਼ਲ ਗਾਏਗੀ। ਉਸ ਤੋਂ ਅਗਲੀ ਹੁੰਦੀ ਬਹੁਤ ਮਤਲਿਆਂ ਵਾਲੀ ਗਜ਼ਲ, ਕਿ ਬਹੁਤ ਮਤਲਿਆਂ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਿਹੜਾ ਮਤਲੇ ਤੋਂ ਲੈ ਕੇ ਮਕਤੇ ਤੱਕ ਸਾਰੇ ਮਤਲੇ ਹੀ ਮਤਲੇ ਹੁੰਦੇ ਨੇ। ਮਤਲੇ ਦਾ ਮਤਲਬ ਇਹ
ਇਹ ਹੈ ਕਿ ਉਹਦੇ ਪਹਿਲੀ ਲਾਈਨ 'ਚ ਜਿਵੇਂ ਰਦੀਫ ਲੱਗੀ, ਜੀ। ਉਹਦੇ ਹਰ ਇੱਕ ਸ਼ੇਰ ਦੇ ਬਾਅਦ ਰਦੀਫ ਨੇ ਲੱਗਣਾ ਹੀ ਲੱਗਣਾ ਹੀ ਲੱਗਣਾ। ਜੀ ਜੀ। ਇਸੇ ਤਰ੍ਹਾਂ ਫਿਰ ਹੈਗੀ ਸਾਡੀ ਜਿਹੜੀ ਹੈ ਦੋਹਰਾ ਕਾਫੀਆ ਗਜ਼ਲ। ਅੱਛਾ ਜੀ। ਦੋਹਰਾ ਕਾਫੀਆ ਗਜ਼ਲ ਦੇ ਵਿੱਚ ਇੱਕ ਹੀ ਮਿਸਰੇ ਵਿੱਚ ਦੋ ਆਉਂਦੇ ਨੇ, ਉਹ ਮਿਸਰੇ ਆਉਂਦੇ ਨੇ। ਥੋੜੀ ਜਿਹੀ ਇੱਕ ਸ਼ੇਰ ਨਾਲ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜੀ ਕਰਦਾ ਹੈ ਦੁਨੀਆ ਵਿੱਚੋਂ ਮੈਂ ਕਿਧਰੇ ਉੱਡ ਜਾਵਾਂ ਮੁੜ ਨਾ ਆਵਾਂ। ਇਹ ਅਮਰਜੀਤ ਸਿੰਘ ਸੰਧੂ ਦਾ ਸ਼ੇਰ ਹੈ। ਜੀ ਕਰਦਾ ਹੈ ਇਸ ਦੁਨੀਆ ਵਿੱਚ ਮੈਂ ਕਿਧਰੇ ਉੱਡ ਜਾਵਾਂ ਮੁੜ ਨਾ ਆਵਾਂ, ਇਸ ਦੁਨੀਆ ਤੋਂ ਕੀ ਖਟਿਆ ਏ ਮੇਰੇ ਦਿਲ ਦੀਆਂ ਚਾਵਾਂ ਹੋਕੇ ਹਾਵਾਂ, ਤੋ ਚਾਵਾਂ ਹਾਵਾਂ ਹੋਕੇ ਹਾਵਾਂ। ਇਹ ਸਾਰਾ ਜਿਹੜਾ ਦੂਰਾ ਕਾਫੀਆ ਹੈ। ਜੀ ਜੀ। ਇਸੇ ਤਰ੍ਹਾਂ ਸਾਡੀ ਇੱਕ ਗਜ਼ਲ ਹੁੰਦੀ ਹੈ ਜੰਜ਼ੀਰੀਦਾਰ ਗਜ਼ਲ। ਅੱਛਾ ਜੀ। ਜੰਜ਼ੀਰੀਦਾਰ ਗਜ਼ਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਤਲਬ ਤੁਸੀਂ ਸ਼ਬਦ ਟੁਕੜੀਆਂ ਚਾਹੁੰਦੇ ਨੇ, ਅੱਛਾ ਜੀ, ਹੈ ਨਾ। ਟੁਕੜੀਆਂ ਚਾ ਕੇ ਪਹਿਲੇ ਮਿਸਰੇ 'ਚ ਵੀ ਟੁਕੜੀਆਂ ਤੇ ਲੱਗੇ ਹੋਣਗੇ, ਅਗਲੇ ਮਿਸਰੇ 'ਚ ਟੁਕੜੀਆਂ 'ਚ ਲੱਗੇ ਹੋਣਗੇ। ਜਿਵੇਂ ਮੇਰਾ ਕੋਈ ਸ਼ੇਰ ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਕ ਕਦੇ ਜੋਗੀ, ਕੀ ਬਾਤ। ਇਹ ਜਿਹੜੇ ਟੁਕੜੀਆਂ ਨੇ ਇੱਕ ਤੇ ਅਲੰਕਾਰਾਂ ਦਾ ਕੰਮ ਕਰਦੀਆਂ ਨੇ, ਬਹੁਤ ਖੂਬਸੂਰਤੀ ਵਧਾਉਂਦੀਆਂ। ਫਿਰ ਅਗਲੇ ਵਿੱਚ ਆ ਗਿਆ ਤੇ ਇਹ ਜੰਜ਼ੀਰੀਦਾਰ ਗਜ਼ਲ ਬਣ ਗਈ। ਤਾਂ ਉਸ ਤੋਂ ਬਾਅਦ ਇੱਕ ਹੁੰਦੀ ਹੈ ਤਜ਼ਮੀਨ ਗਜ਼ਲ। ਅੱਛਾ ਜੀ। ਤਜ਼ਮੀਨ ਗਜ਼ਲ ਉਹ ਹੁੰਦੀ ਹੈ, ਮੰਨ ਲਓ ਤੁਹਾਨੂੰ ਕਿਸੇ ਸ਼ਾਇਰ ਦਾ ਕੋਈ ਸ਼ੇਰ ਬਹੁਤ ਪਸੰਦ ਆਉਂਦਾ, ਤੁਸੀਂ ਉਹਨੂੰ ਲੈ ਸਕਦੇ ਹੋ, ਉਹਨੂੰ ਅਕੀਦਤ ਦੇ ਰੂਪ 'ਚ ਤੁਸੀਂ ਉਹਦੇ ਉੱਪਰ 2-3 ਮਿਸਰੇ ਵੀ ਪਾ ਸਕਦੇ ਹੋ, ਨੀਚੇ ਵੀ ਪਾ ਸਕਦੇ ਹੋ। ਜਿਵੇਂ ਬਾਵਾ ਬਲਵੰਤ ਜੀ ਦਾ ਇੱਕ ਸ਼ੇਰ ਬਹੁਤ ਹੀ ਮਸ਼ਹੂਰ ਹੋਇਆ, ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ। ਤਾਂ ਉਸ ਤੋਂ ਬਾਅਦ ਜੋਗਿੰਦਰ ਜਗਿਆਸੂ ਜੀ ਨੇ ਲਿਖਿਆ ਕਿ ਇਸ ਬਹਾਨੇ ਨਾਲ ਉਹ ਆਇਆ ਕਰੇ, ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਂਦੀ ਆ ਕੇ ਬਣਵਾਇਆ ਕਰੇ। ਸੋ ਇਹ ਤਜ਼ਮੀਨ ਗਜ਼ਲ ਹੈ। ਇਸੇ ਤਰ੍ਹਾਂ ਚੌਕਾਫੀਆ ਗਜ਼ਲ ਹੁੰਦੀ ਹੈ। ਚੌਕਾਫੀਆ ਦੇ ਵਿੱਚ 4 ਕਾਫੀਏ ਹੁੰਦੇ ਨੇ, ਉੱਪਰਲੇ ਵਿੱਚ 4 ਕਾਫੀਏ ਹੋਣਗੇ, ਨੀਚੇ ਵੀ 4 ਕਾਫੀਏ ਹੋਣਗੇ। ਤਾਂ ਚੌਕਾਫੀਆ ਗਜ਼ਲ ਹੋ ਗਈ। ਉਸ ਤੋਂ ਬਾਅਦ ਇੱਕ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਚੁੱਕਿਆ ਮੁਸਲਸਲ ਗਜ਼ਲ, ਜਦੋਂ ਆਪਾਂ ਇੱਕ ਵਿਸ਼ੇ ਤੇ ਲਿਖਦੇ ਹਾਂ, ਜਦੋਂ ਵੱਖ-ਵੱਖ ਵਿਸ਼ੇ ਤੇ ਲਿਖਦੇ ਹਾਂ ਉਹ ਗੈਰ ਮੁਸਲਸਲ ਹੋ ਗਈ। ਤੇ ਇੱਕ ਹੈਗੀ ਹੈ ਸਹਿ ਗਜ਼ਲਾਂ। ਸਹਿ ਗਜ਼ਲਾਂ ਦੇ ਵਿੱਚ ਜਿਹੜੇ ਕਾਫੀ ਹੁੰਦੇ ਨੇ ਜਰੂਟ ਬਣ ਕੇ ਆਉਂਦੇ ਨੇ। ਜਰੂਟ ਦਾ ਮਤਲਬ ਕਿ ਇਕੱਠੇ ਹੋ ਕੇ, ਜਿਵੇਂ ਮੇਰਾ ਇੱਕ ਸ਼ੇਰ ਹੈ, ਮੈਂ ਮਤਲਬ ਜਿਵੇਂ ਲਿਖਿਆ ਸੀ, ਮੇਰੇ ਕੋਲ ਆਏ ਨੇ ਫੁੱਲ ਤਰਦੇ ਤਰਦੇ, ਅੱਛਾ ਜੀ, ਮੇਰੇ ਕੋਲ ਆਏ ਨੇ ਫੁੱਲ ਤਰਦੇ ਤਰਦੇ, ਨਦੀ ਦੇ ਗਲੀਚੇ ਤੇ ਪੱਬ ਤਰਦੇ। ਵਾਹ ਵਾਹ ਵਾਹ, ਕੀ ਬਾਤ, ਕੀ ਬਾਤ। ਮੇਰੇ ਕੋਲ ਆਏ ਨੇ ਫੁੱਲ ਤਰਦੇ ਤਰਦੇ, ਨਦੀ ਦੇ ਗਲੀਚੇ ਤੇ ਪੱਬ ਤਰਦੇ ਤਰਦੇ। ਤੇ ਜੇ ਮਤਲਬ ਇਹ ਜਿਹੜੇ ਤਰਦੇ 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 ਜਿਹੜੇ ਨੇ ਜੀ, ਇਹ ਸਾਡੇ ਜੁਟ ਕਾਪੀਆਂ ਨੇ। ਇਹ 10 ਜਿਹੜੀਆਂ ਨੇ ਮੇਨ ਹੈਗੀਆਂ ਨੇ ਸਾਡੀਆਂ ਜਿਹੜੀਆਂ ਕਿਸਮਾਂ। ਜੀ। ਤੇ ਤੁਸੀਂ ਵਾਤਾਵਰਣ ਤੇ ਵੀ ਲਿਖਿਆ, ਤੁਸੀਂ ਕੁਦਰਤ ਤੇ ਵੀ ਲਿਖਿਆ, ਤੁਸੀਂ ਫਿਰ ਰਿਸ਼ਤਿਆਂ ਤੇ ਵੀ ਲਿਖਿਆ, ਮੁਹੱਬਤ ਦੀ ਗੱਲ ਵੀ ਕੀਤੀ। ਇਹ ਜੋ ਗਜ਼ਲ ਦਾ ਮੁੱਢਲਾ ਦੌਰ ਸੀ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਸ਼ਕ ਆਸ਼ਕੀ ਵਾਲੀ ਗਜ਼ਲ, ਜਾਂ ਆਪਣੇ ਮਹਿਬੂਬ ਨਾਲ ਗੱਲਾਂ ਪਤਾ ਕਰਨੀਆਂ, ਉਸ ਵਿਸ਼ੇ ਨੂੰ ਛੋਹ ਕੇ ਵੀ ਤੁਸੀਂ ਲਿਖਿਆ। ਤੇ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗਜ਼ਲ ਦੀ, ਤੇ ਮੈਂ ਚਾਹੁੰਦਾ ਹਾਂ ਕਿ ਡਾਕਟਰ ਗੁਰਚਰਨ ਕੌਰ ਕੋਚਰ ਕੋਈ ਆਪਣੀ ਗਜ਼ਲ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਕੋਈ ਸ਼ੇਰ ਦੇ 2-3 ਸ਼ੇਰ ਹੋ ਜਾਣ। ਹਾਂਜੀ ਹਾਂਜੀ। ਤਾਂ ਵਾਤਾਵਰਨ ਦੇ ਬਾਰੇ ਜਿਹੜਾ ਮਤਲਬ ਹੈ, ਉਹਨਾਂ ਹੱਥਾਂ ਪੈਰਾਂ ਤੋਂ ਬਾਹਾਂ ਨੂੰ ਰੋਕੋ, ਉਹਨਾਂ ਹੱਥਾਂ ਪੈਰਾਂ ਤੇ ਬਾਹਾਂ ਨੂੰ ਰੋਕੋ, ਜੋ ਕੱਟਦੇ ਬਿਰਖ ਦੀਆਂ ਛਾਵਾਂ ਨੂੰ ਰੋਕੋ। ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਨਾ ਬੁਝ ਜਾਏ ਦੀਵਾ ਹਵਾਵਾਂ ਨੂੰ ਰੋਕੋ। ਵਾਹ ਵਾਹ, ਤੋ ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ, ਖਿਡਾਇਆ, ਪੜਾਇਆ, ਲਿਖਾਇਆ ਤੇ ਕੰਮ ਤੇ ਲਗਾਇਆ। ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ, ਖਿਡਾਇਆ, ਪੜਾਇਆ, ਲਿਖਾਇਆ ਤੇ ਕੰਮ ਤੇ ਲਗਾਇਆ। ਉਹ ਵੰਡ ਲੈਣ ਦੌਲਤ, ਉਹ ਵੰਡ ਲੈਣ ਦੌਲਤ, ਜ਼ਮੀਨਾਂ ਵੀ ਵੰਡਣ, ਉਹ ਵੰਡਣ ਨਾ ਮਾਪੇ ਭਰਾਵਾਂ ਨੂੰ ਰੋਕੋ, ਉਹ ਵੰਡਣ ਨਾ ਮਾਪੇ ਭਰਾਵਾਂ ਨੂੰ ਰੋਕੋ। ਵਾਹ, ਕੀ ਬਾਤ ਹੈ ਜੀ। ਇਹ ਮੈਂ ਦੋ ਸੁਣਾ ਰਹੀ ਹਾਂ ਤੁਹਾਨੂੰ। ਹਾਂਜੀ ਜੀ ਜੀ, ਬਹੁਤ ਬਹੁਤ ਖੂਬ। ਦੇਖੋ, ਰਿਸ਼ਤਿਆਂ ਦੀ ਗੱਲ ਹੀ ਹੁੰਦੀ ਹੈ ਨਾ, ਸਾਹਿਤ ਦੀ ਕੋਈ ਵੀ ਸ਼ੈਲੀ ਹੋ ਜੇ, ਕਵਿਤਾ ਹੋ ਜੇ, ਗਜ਼ਲ ਹੋ ਜੇ, ਪਰ ਬਹੁਤ ਸੂਖਮ ਕਲਾ ਹੈ ਗਜ਼ਲ, ਹੈ ਨਾ। ਤੇ ਬੇਸ਼ੱਕ ਬਹੁਤ ਸਾਰੀਆਂ ਕਿਤਾਬਾਂ ਵੱਖ-ਵੱਖ ਚਿੰਤਕਾਂ ਨੇ ਜਾਂ ਵੱਖ-ਵੱਖ ਜੋ ਰਿਸਰਚਰ ਨੇ, ਉਹਨਾਂ ਨੇ ਸਮੇਂ-ਸਮੇਂ ਤੇ ਲਿਖੀਆਂ ਨੇ ਵੀ ਅਸੀਂ ਗਜ਼ਲ ਨੂੰ ਕਿਸ ਤਰ੍ਹਾਂ ਸਿੱਖ ਸਕਦੇ ਹਾਂ। ਸਾਡੇ ਸਿੱਖਿਆਰਥੀ, ਸਾਡੇ ਵਿਦਿਆਰਥੀ ਵੀ ਸਾਡੇ ਨਾਲ ਜੁੜੇ ਨੇ ਜੋ ਚਾਹਣਗੇ ਕਿ ਅਸੀਂ ਗਜ਼ਲ ਕਿਸ ਤਰ੍ਹਾਂ ਸਿੱਖਣੀ ਹੈ। ਪਰ ਫਿਰ ਵੀ ਕਿਤਾਬਾਂ ਪੜ੍ਹ ਕੇ ਕਈ ਵਾਰੀ ਲਿਖਣਾ ਨਹੀਂ ਆਉਂਦਾ। ਸਾਨੂੰ ਉਸਤਾਦ ਤੇ ਸ਼ਾਗਿਰਦ ਵਾਲੇ ਇੱਕ ਰਿਸ਼ਤੇ ਦੇ ਵਿੱਚ ਬੱਝਣਾ ਪੈਂਦਾ ਹੈ। ਤੇ ਤੁਸੀਂ ਇਸ ਰਿਸ਼ਤੇ ਦੇ ਸੰਦਰਭ ਤੋਂ ਤੇ ਗਜ਼ਲ ਦੇ ਖੇਤਰ ਤੋਂ ਕਿਵੇਂ ਦੇਖਦੇ ਹੋ? ਹਾਂ, ਮੈਂ ਇਹ ਕਹਿਣਾ ਚਾਹਾਂਗੀ ਕਿ ਆਪਣੀ ਪੰਜਾਬੀ ਦੀ ਕਹਾਵਤ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਬੋਲਦੇ ਵੀ ਹਾਂ
ਕਿ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ। ਬਿਲਕੁਲ। ਸੋ ਆਪਾਂ ਕੋਈ ਵੀ ਕਲਾ ਸਿੱਖਣੀ ਹੋਵੇ, ਚਾਹੇ ਮਿਊਜ਼ਿਕ ਹੈ, ਚਾਹੇ ਡਾਂਸਿੰਗ ਹੈ, ਚਾਹੇ ਪੇਂਟਿੰਗ ਹੈ, ਚਾਹੇ ਸਵੀਮਿੰਗ ਹੈ, ਜਾਂ ਕੋਈ ਹੋਰ ਕਲਾ ਹੈ, ਜੀ, ਜੀ। ਆਪਾਂ ਕੋਈ ਨਾ ਕੋਈ ਗੁਰੂ ਧਾਰਦੇ ਹਾਂ, ਉਸਤਾਦ ਬਣਾਉਂਦੇ ਹਾਂ। ਤੇ ਇਸੇ ਤਰ੍ਹਾਂ ਜਿਹੜਾ ਗਜ਼ਲ ਲਿਖਣਾ ਵੀ ਇੱਕ ਕਲਾ ਹੈ। ਬਿਲਕੁਲ। ਪਰ ਇਹਦੇ ਲਈ ਕੋਈ ਉਸਤਾਦ ਰਸਮੀ ਤੌਰ ਤੇ ਧਾਰਿਆ ਜਾਵੇ, ਮੈਂ ਉਹਦੇ ਨਹੀਂ ਕਹਿੰਦੇ ਕਿ ਤੁਸੀਂ ਰਸਮੀ ਤੌਰ ਤੇ ਧਾਰੋ, ਪਰ ਮੈਂ ਇੰਨਾ ਜ਼ਰੂਰ ਕਹਾਂਗੀ ਕਿ ਅਗਰ ਆਪਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹਾਂ, ਇਹ ਬਿਲਕੁਲ ਸੱਚ ਹੈ ਕਿ ਅਸੀਂ ਕਿਤਾਬਾਂ ਵੀ ਸਾਨੂੰ ਸਿਖਾਉਂਦੀ, ਅਸੀਂ ਕਿਤਾਬਾਂ ਤੋਂ ਵੀ ਸਿੱਖਦੇ ਹਾਂ, ਉਸਤਾਦਾਂ ਤੋਂ ਵੀ ਸਿੱਖਦੇ ਹਾਂ। ਜੀ ਬਿਲਕੁਲ। ਪਰ ਜਦੋਂ ਅਸੀਂ ਕਈ ਵਾਰੀ ਲਗਾਤਾਰ ਕਿਤਾਬਾਂ ਪੜ੍ਹ ਲੈਂਦੇ ਹਾਂ ਗਜ਼ਲ ਦੇ ਖੇਤਰ 'ਚ, ਗਜ਼ਲ ਸ਼ਿਲਪਕਾਰੀ ਦੇ ਬਾਰੇ 'ਚ, ਪਰ ਮੈਂ ਮਹਿਸੂਸ ਕੀਤਾ ਹੈ ਕਿ ਉਹਦੇ ਵਿੱਚ ਕਈ ਨੁਕਤੇ, ਕਈ ਕੁੰਡੀਆਂ, ਕਈ ਬਰੀਕੀਆਂ ਤੁਹਾਨੂੰ ਪੜ੍ਹਨ ਤੇ ਸਮਝ ਨਹੀਂ ਆਉਂਦੀਆਂ। ਤਾਂ ਤੁਹਾਨੂੰ ਕਿਸੇ ਨਾ ਕਿਸੇ ਉਸ ਸਬਜੈਕਟ ਐਕਸਪਰਟ ਕੋਲੋਂ, ਉਸ ਦੇ ਮਾਹਿਰ ਕੋਲੋਂ, ਉਸ ਨੂੰ ਉਸਤਾਦ ਕਹੋ, ਜੋ ਮਰਜ਼ੀ ਕਹੋ, ਉਹਦੇ ਕੋਲ ਇਸਲਾਹ ਲੈਣੀ ਹੀ ਪੈਂਦੀ ਹੈ, ਔਰ ਲੈਣੀ ਚਾਹੀਦੀ ਵੀ ਹੈ। ਕਿਉਂਕਿ ਮੈਂ ਇੱਕ ਐਗਜ਼ਾਮਪਲ ਜ਼ਰੂਰ ਆਪਣੀ ਦੇਣਾ ਚਾਹਾਂਗੀ ਕਿ ਮੈਂ ਇੱਕ ਵਾਰੀ ਸ਼ੇਅਰ ਲਿਖਿਆ ਸੀ, ਰਾਤ ਨੀਂਦ ਵਿੱਚ ਬੁੜ ਬੜਾਏ ਲੈ ਕੇ ਤੇਰਾ ਨਾਮ ਅਸੀਂ। ਤੇ ਮੈਂ ਜਦੋਂ ਮਤਲਬ ਆਪਣਾ ਜੈਬ ਚਿੱਤਰਕਾਰ ਜੀ ਨੇ ਦੇਖਿਆ ਕਿ ਉਹ ਕਹਿੰਦੇ ਨੇ ਬੁੜ ਬੜਾਏ ਸ਼ਬਦ ਤੁਹਾਡਾ ਬਿਲਕੁਲ ਠੀਕ ਹੈ, ਪਰ ਇੱਥੇ ਆ ਨਹੀਂ ਰਿਹਾ, ਕਿਉਂਕਿ ਉਹਦਾ ਮੈਨੂੰ ਨੁਕਤਾ ਨਹੀਂ ਸਮਝ ਸੀ। ਤਾਂ ਉਹ ਕਹਿੰਦੇ ਨੇ ਇੱਥੇ ਬੁੜ ਬੁੜ ਆਏਗਾ ਤਾਂ ਜੁੜੇਗਾ, ਤੇ ਉਹ ਆ ਨਹੀਂ ਸਕਦਾ। ਤਾਂ ਉਹਨਾਂ ਦੇ ਇੱਕ ਨੁਕਤੇ ਨੇ ਮੈਨੂੰ ਸਮਝਾਇਆ, ਜਿਹਦੇ ਨਾਲ ਮੈਂ ਲਿਖਿਆ, ਰਾਤ ਨੀਂਦ ਵਿੱਚ ਪਤਾ ਨਹੀਂ ਕਿੰਜ ਲਿਆ ਸੀ ਤੇਰਾ ਨਾਮ ਅਸੀਂ, ਦਿਨ ਚੜ੍ਹਦੇ ਨੂੰ ਹੋ ਗਏ ਪੂਰੇ ਟੱਬਰ ਵਿੱਚ ਬਦਨਾਮ ਅਸੀਂ। ਉਹਨਾਂ ਨੇ ਇਹ ਵੀ ਕਿਹਾ, ਇੰਦਰਜੀਤ ਹਸਨਪੁਰੀ ਜੀ ਨੇ ਮੈਨੂੰ, ਕਿ ਟੱਬਰ ਜਿਹੜਾ ਹੈ ਉਹ ਘਰ ਦੇ ਵਿੱਚ ਹੀ ਰਹਿ ਗਿਆ, ਤੁਹਾਨੂੰ ਇੱਥੇ ਲਿਖਣਾ ਚਾਹੀਦਾ ਅਤਕਥਨੀ ਵਾਲਾ ਸ਼ਬਦ। ਤੇ ਤੁਸੀਂ ਲਿਖੋ ਦਿਨ ਸੁਬਹ ਹੋਈ ਤਾਂ ਹੋ ਗਏ ਸਾਰੀ ਦੁਨੀਆ ਵਿੱਚ ਬਦਨਾਮ ਸੀ। ਇਸੇ ਤਰ੍ਹਾਂ ਇੱਕ ਨੁਕਤਾ ਹੈ। ਤੋ ਇਹ ਜਿਹੜੇ ਨੁਕਤੇ ਨੇ, ਬਰੀਕੀਆਂ ਨੇ, ਇਹ ਤੁਹਾਨੂੰ ਸਮਝਣ ਦੀ ਲੋੜ ਹੁੰਦੀ ਹੈ। ਤੇ ਉਸ ਲਈ ਮੈਂ ਸੋਚਦੀ ਹਾਂ ਕਿ ਜਿਹੜਾ ਉਸਤਾਦ ਔਰ ਸ਼ਾਗਿਰਦ ਦਾ ਰਿਸ਼ਤਾ ਜੇਕਰ ਰਸਮੀ ਤੌਰ ਤੇ ਨਹੀਂ ਬਣਾਇਆ, ਪਰ ਜਦੋਂ ਵੀ ਤੁਸੀਂ ਆਪਣੇ ਜਿਹੜੇ ਵੀ ਸਿੱਖਿਆਰਥੀ ਬੈਠੇ ਨੇ ਜਾਂ ਜੋ ਵੀ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ, ਕਿ ਇੱਦਾਂ ਤੁਸੀਂ ਬਿਲਕੁਲ ਆਪਣਾ ਕਿਤਾਬਾਂ ਪੜ੍ਹ ਕੇ ਜੇ ਗਜ਼ਲ ਲਿਖ ਲੈਂਦੇ ਹੋ, ਤਾਂ ਉਹ ਗਜ਼ਲ ਤੁਸੀਂ ਛਪਣ ਨੂੰ ਵੀ ਭੇਜ ਦਿੰਦੇ ਹੋ, ਤਾਂ ਉਹਦੇ ਵਿੱਚ ਤੁਹਾਡੇ ਬੜੇ ਨੁਕਸ ਵੀ ਹੋ ਸਕਦੇ, ਨਹੀਂ ਵੀ ਹੋ ਸਕਦੇ। ਤੇ ਜੇ ਚੰਗਾ ਹੁੰਦਾ ਹੈ ਕਿ ਅਸੀਂ ਪਹਿਲਾਂ ਕਿਸੇ ਛਪਣ ਨੂੰ ਭੇਜਣ ਤੋਂ ਪਹਿਲਾਂ ਜਾਂ ਕਿਸੇ ਮਹਿਫਲ ਤੋਂ ਸੁਣਾਉਣ ਤੋਂ ਪਹਿਲਾਂ ਅਸੀਂ ਉਹਦੀ ਇਸਲਾਹ ਲੈ ਲਈਏ। ਜਦੋਂ ਕੋਲ ਵੀ ਅਸੀਂ ਸਿੱਖਦੇ ਹਾਂ, ਉਹ ਸਾਡਾ ਉਸਤਾਦ ਹੀ ਹੁੰਦਾ ਹੈ, ਉਸਤਾਦ ਸ਼ਾਗਿਰਦ ਵਾਲਾ, ਕਿਉਂਕਿ ਪਰਸਨ ਇਜ਼ ਆਲਵੇਜ਼ ਅ ਲਰਨਰ, ਹੀ ਲਰਨਸ ਫਰੋਮ ਟੂ ਟੋਮ। ਅੱਜ ਵੀ ਮੈਂ ਸਿੱਖਿਆਰਥੀ ਹਾਂ, ਅੱਜ ਵੀ ਮੈਂ ਵਿਦਿਆਰਥੀ ਹਾਂ, ਔਰ ਮੈਂ ਹਮੇਸ਼ਾ ਹੀ ਕਹਿੰਦੀ ਹਾਂ, ਮੈਂ ਹਰ ਰੋਜ਼ ਸਿੱਖਦੀ ਹਾਂ। ਉਹ ਉਸਤਾਦ ਤੇ ਸ਼ਾਗਿਰਦ ਵਾਲਾ ਰਿਸ਼ਤਾ ਹੋਵੇ, ਪਰ ਨਾ ਵੀ ਹੋਵੇ, ਪਰ ਇਸਲਾਹ ਜ਼ਰੂਰ ਲਓ। ਜੀ। ਤੇ ਸੋਸ਼ਲ ਸਾਈਟਸ ਦਾ ਬਹੁਤ ਪ੍ਰਭਾਵ ਹੈ ਸਾਡੀ ਸੋਚਣੀ ਦੇ ਉੱਤੇ ਵੀ, ਸਾਡੀ ਲਿਖਣੀ ਦੇ ਉੱਤੇ ਵੀ। ਤੇ ਤੁਸੀਂ ਗਜ਼ਲ ਦੇ ਖੇਤਰ ਦੇ ਸੰਦਰਭ ਤੋਂ ਸੋਸ਼ਲ ਸਾਈਟਸ ਨੂੰ ਕਿਵੇਂ ਦੇਖਦੇ ਹੋ? ਹਾਂ, ਸੋਸ਼ਲ ਸਾਈਟਸ ਦੀ ਗੱਲ ਕਰਾਂ ਤੇ ਮੈਂ ਦੇਖੋ ਇਹ ਕਹਿੰਦੀ ਹਾਂ ਕਿ ਸੋਸ਼ਲ ਮੀਡੀਆ ਤੇ ਹਰ ਜਿਹੜਾ ਸੋਸ਼ਲ ਸਾਈਟਸ ਦਾ ਸੋਸ਼ਲ ਮੀਡੀਆ ਹਰ ਪਲ ਪਲ ਦੀ ਖਬਰ ਮਿੰਟਾਂ ਸਕਿੰਟਾਂ 'ਚ ਵਾਇਰਲ ਕਰਕੇ ਦੁਨੀਆ ਤੱਕ ਪਹੁੰਚਾ ਰਿਹਾ। ਸੋ ਇਸ ਦਾ ਰੋਲ ਬਹੁਤ ਵਧੀਆ ਹੈ ਤੇ ਬਹੁਤ ਚੰਗਾ ਹੈ ਜੇਕਰ ਅਸੀਂ ਆਪਣਾ ਉਸ ਨੂੰ ਠੀਕ ਸੁਚੱਜੇ ਢੰਗ ਨਾਲ ਵਰਤੀਏ। ਤੇ ਜਿੱਥੋਂ ਤੱਕ ਗਜ਼ਲ ਦਾ ਸਵਾਲ ਹੈ, ਉਹਦੇ ਵਿੱਚ ਤਾਂ ਉਹ ਰੋਲ ਬਹੁਤ ਵਧੀਆ ਵੀ ਨਿਭਾ ਰਿਹਾ ਹੈ। ਸਪੈਸ਼ਲੀ ਜਿਹੜੇ ਸਾਡੇ ਐਕਸਪਰਟ ਨੇ, ਜਿਹੜੇ ਕਿ ਉਸਤਾਦ ਗਜ਼ਲ ਗੋ ਨੇ, ਉਹਨਾਂ ਵੱਲੋਂ ਜਿਹੜੇ ਬਹੁਤ ਸਾਰੇ ਗਰੁੱਪਸ ਚਲਾਏ ਜਾ ਰਹੇ ਨੇ। ਤੇ ਇੱਥੇ ਨਾਂ ਲੈਣਾ ਜ਼ਰੂਰੀ ਲਾਜ਼ਮੀ ਸਮਝਦੀ ਹਾਂ ਕਿ ਗੁਰਦਿਆਲ ਰੋਸ਼ਨ ਜੀ ਪਿਛਲੇ ਬੜੇ ਚਿਰ ਤੋਂ, ਲੰਬੇ ਅਰਸੇ ਤੋਂ ਸ਼ੇਅਰ ਅਰਜ਼ ਹੈ, ਉਹ ਕਾਲਮ ਚਲਾ ਰਹੇ ਨੇ। ਉਹਦੇ ਵਿੱਚ ਤੁਸੀਂ ਜਿਹੜੇ ਸਿਖਾਂਦਰੂ ਵੀ ਨੇ, ਉਹ ਵੀ ਆਪਣਾ ਸ਼ੇਅਰ ਭੇਜ ਦਿੰਦੇ ਨੇ, ਉਹ ਠੀਕ ਕਰਕੇ ਲਗਾ ਦਿੰਦੇ ਨੇ। ਉਸ ਨਾਲ ਬੱਚਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ। ਔਰ ਜਦੋਂ ਉਹਨਾਂ ਦੇ ਸ਼ੇਅਰ ਸਾਰੇ ਬੱਚਿਆਂ ਦੇ ਛਪਦੇ ਨੇ, ਮੁੜ ਕੇ ਉਹਨਾਂ ਨੂੰ ਕਿਤਾਬ ਦਾ ਰੂਪ ਦੇ ਰਹੇ ਨੇ। ਇਸੇ ਤਰ੍ਹਾਂ ਆਸਟ੍ਰੇਲੀਆ ਤੋਂ ਜਸਵੰਤ ਬਾਗਲਾ ਹੈ, ਉਹ ਵੀ ਸ਼ੇਅਰ ਅਰਜ਼ ਵਿੱਚ ਕਰ ਰਹੇ ਨੇ। ਉਸੇ ਤਰ੍ਹਾਂ ਹਰਜਿੰਦਰ ਬਾਲ ਜੀ ਨੇ, ਔਰ ਬੜੇ ਉੱਗੇ ਗੀਤਕਾਰ ਵੀ ਨੇ, ਬਹੁਤ ਸਾਰੇ ਨਾਮ ਨੇ। ਹਾਂ, ਉਹ ਬਹੁਤ ਸਾਰੇ ਨਾਮ। ਉਹ ਮੈਂ ਤਾਂ ਦੱਸਣਾ ਚਾਹੁੰਦੀ ਕਹਿ ਰਹੀ ਹਾਂ ਕਿਉਂਕਿ ਉਹ ਜਿੱਥੇ ਕਿ ਆਪਣੀ ਉਹ ਦੇ ਰਹੇ ਨੇ ਕਿ ਗਜ਼ਲ ਬਾਰੇ ਪੂਰੀ ਜਾਣਕਾਰੀ ਦਿੰਦੇ ਨੇ, ਉੱਥੇ ਉਸਤਾਦ ਗਜ਼ਲ ਕੋ ਜਿਹੜੀਆਂ ਵਧੀਆ ਵਧੀਆ ਗਜ਼ਲਾਂ ਪਾਉਂਦੇ ਨੇ। ਔਰ ਗਜ਼ਲ ਦੇ ਵਿੱਚ ਮੈਂ ਇਹ ਦੇਖਦੀ ਹਾਂ, ਜਾਂ ਕੋਈ ਵੀ ਹੋ ਰਿਹਾ ਕਿ ਬਹੁਤ ਫੇਸਬੁੱਕ ਵੀ ਆਪਣੇ ਕੋਲ, ਵਟਸਐਪ ਵੀ ਹੈ, ਉਹਦੇ ਚੰਗੀਆਂ ਗਜ਼ਲਾਂ ਵੀ ਪੈ ਰਹੀਆਂ ਨੇ, ਮਾੜੀਆਂ ਗਜ਼ਲਾਂ ਪੈ ਰਹੀਆਂ ਨੇ। ਔਰ ਜਦੋਂ ਵਾਹ ਵਾਹ ਖੂਬ ਕਰੀ ਜਾਣਾ ਨਹੀਂ ਚੰਗਾ, ਪਰ ਜਦੋਂ ਉਸਤਾਦ ਲੋਕ ਕਿਤੇ ਕਮੈਂਟ ਕਰਦੇ ਨੇ ਕਿ ਆਪਣੀ ਤੁਹਾਡੀ ਇਹ ਸੁਧਾਰ ਲੋ ਜਾਂ ਤੁਹਾਡੇ ਨੁਕਸ ਕੱਢਦੇ ਨੇ, ਉਹ ਬਹੁਤ ਚੰਗਾ ਲੱਗਦਾ। ਸੋ ਇਸ ਵਕਤ ਤੋਂ ਮੈਨੂੰ ਸੋਸ਼ਲ ਮੀਡੀਆ ਬਹੁਤ ਪਸੰਦ ਹੈ। ਇਹ ਤਾਂ ਸਾਡੇ ਤੇ ਨਿਰਭਰ ਕਰਦਾ ਨੇ ਅਸੀਂ ਕਿਹੋ ਜਿਹਾ ਪਾ ਰਹੇ ਹਾਂ। ਬਿਲਕੁਲ ਜੀ। ਇੱਕ ਸਾਡੇ ਦੇ ਵਿੱਚ ਜੇ ਕੋਈ ਉਣਤਾਈ ਹੈ ਤਾਂ ਉਣਤਾਈ ਅਸੀਂ ਕਿਸੇ ਕੋਲ ਸਲਾਹ ਲਵਾਂਗੇ ਤਾਂ ਹੀ ਦੂਰ ਹੋ ਸਕਦੀ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਸੁਨੇਹਾ ਵੀ ਦਿਓ, ਸਾਡੇ ਦਰਸ਼ਕਾਂ ਨੂੰ ਸੁਨੇਹਾ ਵੀ ਦਿਓ। ਗਜ਼ਲ ਦੇ ਸੰਦਰਭ ਤੋਂ ਸਾਡੇ ਨਾਲ ਗੱਲਬਾਤ ਤੁਸੀਂ ਸਾਂਝੀ ਕੀਤੀ, ਤੇ ਜਾਂਦੇ ਜਾਂਦੇ ਅਸੀਂ ਤੁਹਾਡੇ ਕੋਲ ਗਜ਼ਲ ਵੀ ਸੁਣਨਾ ਚਾਹਾਂਗੇ। ਪਰ ਪਹਿਲਾਂ
ਆਪਣੇ ਸ਼ਬਦਾਂ ਦੇ ਵਿੱਚ ਸਾਡੇ ਨਾਲ ਕੋਈ ਆਪਣਾ ਮੈਸੇਜ, ਆਪਣਾ ਸੁਨੇਹਾ ਜ਼ਰੂਰ ਸਾਂਝਾ ਕਰੋ। ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਿਹੜੇ ਨੇ ਸਾਡੇ ਜਿਹੜੇ ਸੰਯੁਕਤ ਪਰਿਵਾਰ ਟੁੱਟ ਗਏ ਨੇ, ਕਹਿਰੇ ਪਰਿਵਾਰ ਆ ਰਹੇ ਨੇ, ਔਰ ਉਹ ਕਹਿਰੇ ਪਰਿਵਾਰਾਂ ਦੇ ਆਉਣ ਦੇ ਨਾਲ ਸਾਡੇ ਜਿਹੜੇ ਬੱਚੇ ਨੇ ਆਪਣੇ ਦਾਦਾ ਦਾਦੀ ਤੋਂ, ਨਾਨੀ ਤੋਂ ਜਿਹੜੀਆਂ ਕਹਾਣੀਆਂ ਸੁਣਦੇ ਸਨ ਜਾਂ ਬਾਤਾਂ ਸੁਣਦੇ ਸਨ, ਉਹਨਾਂ ਤੋਂ ਵਾਂਝੇ ਰਹਿ ਗਏ ਨੇ। ਇਸ ਲਈ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੁਆਲਿਟੀ ਟਾਈਮ ਦੇਣ, ਔਰ ਜਦੋਂ ਬੱਚੇ ਸਕੂਲ ਗਏ ਹੁੰਦੇ ਨੇ ਤਾਂ ਉਸ ਤੋਂ ਪਿੱਛੋਂ ਆਪਣੇ ਜਦੋਂ ਉਸ ਵੇਲੇ ਬੱਚਿਆਂ ਦੀ ਗੈਰ ਹਾਜ਼ਰੀ ਵਿੱਚ ਆਪਣੇ ਮੋਬਾਈਲ ਦਾ ਜੋ ਕੰਮ ਕਰਨਾ ਕਰ ਲੈਣ। ਪਰ ਜਦੋਂ ਬੱਚੇ ਘਰਾਂ 'ਚ ਵਾਪਸ ਆਉਂਦੇ ਨੇ, ਮੈਂ ਸਭ ਤੋਂ ਪਹਿਲਾਂ ਕਿ ਬੱਚੇ ਮਾਂ-ਬਾਪ ਦੇ ਹੱਥ ਵਿੱਚ ਜਿਹੜਾ ਮੋਬਾਈਲ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਜਦੋਂ ਹੋਮਵਰਕ ਸਕੂਲ ਦਾ ਕਰ ਰਹੇ ਨੇ, ਮਾਂ ਜਿਹੜੀ ਆ ਕੋਲ ਕਿਤਾਬ ਲੈ ਕੇ ਬੈਠੇ, ਬਾਪ ਕੋਲ ਕਿਤਾਬ ਹੋਵੇ, ਰਸਾਲਾ ਹੋਵੇ, ਅਖਬਾਰ ਪੜ੍ਹਦਾ ਹੋਵੇ, ਕਿਉਂਕਿ ਮੈਂ ਸੋਚਦੀ ਹਾਂ ਕਿ ਜਿਹੜੇ ਬੱਚੇ ਨੇ ਇਹ ਮਾਂ-ਬਾਪ ਦੀ ਛੋਟੀ ਤੋਂ ਛੋਟੀ ਹਰਕਤ ਨੂੰ ਵੀ ਆਬਜ਼ਰਵ ਕਰਦੇ ਨੇ। ਤੇ ਮੈਂ ਆਪਣੇ ਘਰ ਦੀ ਐਗਜ਼ਾਮਪਲ ਜ਼ਰੂਰ ਦੇਣਾ ਚਾਹਾਂਗੀ ਕਿ ਮੇਰੀ ਡਾਟਰ ਦਾ ਹਮੇਸ਼ਾ ਉਹਦੇ ਕੋਲ ਕੋਈ ਨਾ ਕੋਈ ਨਾਵਲ ਹੁੰਦਾ ਹੈ, ਸਾਹਿਤਕ ਨਾਵਲ, ਔਰ ਉਸ ਦਾ ਅਸਰ ਇਹ ਹੋਇਆ ਕਿ ਮੇਰੇ 5ਵੀਂ 'ਚ ਬੱਚਾ ਪੜ੍ਹਦਾ ਪੋਤਾ ਪਵਨੂਰ, ਉਹ ਵੀ ਹੁਣ ਛੋਟੇ ਛੋਟੇ ਬਾਲ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲੱਗ ਗਿਆ। ਉਹ ਇੰਗਲਿਸ਼ ਵਿੱਚ ਹੀ ਪੜ੍ਹਦਾ, ਪੰਜਾਬੀ 'ਚ, ਔਰ UKG ਦੀ ਮੇਰੀ ਪੋਤੀ ਜਸਮਾਇਰਾ, ਉਹ ਦੇਖੋ ਤੁਸੀਂ ਰੰਗ ਬਿਰੰਗੀਆਂ ਆਪਣਾ ਜਿਹੜੀਆਂ ਪੁਸਤਕਾਂ ਨੇ ਬੱਚਿਆਂ ਦੀਆਂ, ਬਿੱਲੀ ਦੀਆਂ ਮੁੱਛਾਂ ਇੰਦਰਜੀਤ ਪਾਲ ਮੈਡਮ ਨੇ ਕਿਤਾਬ ਦਿੱਤੀ, ਉਹਦੇ ਵਿੱਚੋਂ ਉਹ ਬੈਠ ਕੇ ਤਸਵੀਰਾਂ ਵੇਖਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਅਗਰ ਇਹ ਜਿਹਾ ਘਰ ਦਾ ਮਾਹੌਲ ਹੋ ਜਾਵੇ ਤਾਂ ਜਿਹੜੇ ਬੱਚੇ ਨੇ ਉਹ ਬਹੁਤ ਅੱਗੇ ਜਾ ਸਕਦੇ ਨੇ। ਬਿਲਕੁਲ ਜੀ, ਬਿਲਕੁਲ। ਇਸੇ ਤਰ੍ਹਾਂ ਸਾਨੂੰ ਮਤਲਬ ਇਸ ਬਾਰੇ ਕਰਨਾ ਚਾਹੀਦਾ। ਤਾਂ ਹਾਂ, ਬਿਲਕੁਲ ਜੀ, ਇਹ ਸਹੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਮਾਪੇ ਹੋਣਗੇ ਉਹਨਾਂ ਦਾ ਅਸਰ ਬੱਚਿਆਂ ਤੇ ਜ਼ਰੂਰ ਪੈਂਦਾ ਹੈ। ਤੇ ਅਸੀਂ ਗਜ਼ਲ ਦੀ ਗੱਲ ਕੀਤੀ ਤੇ ਗਜ਼ਲ ਦੇ ਸੰਦਰਭ ਤੋਂ, ਗਜ਼ਲ ਦੇ ਖੇਤਰ ਦੇ ਵਿੱਚ ਜੋ ਸਿੱਖ ਰਹੇ ਨੇ ਉਹਨਾਂ ਨੇ ਕਾਫੀ ਕੁਝ ਸਾਡੇ ਕੋਲ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਲਾਹਾ ਵੀ ਖੱਟਿਆ ਹੋਵੇਗਾ। ਤੇ ਅਸੀਂ ਚਾਹੁੰਦੇ ਹਾਂ ਕਿ ਦੂਰਦਰਸ਼ਨ ਦੇ ਨਾਲ ਦਰਸ਼ਕ ਹਮੇਸ਼ਾ ਜੁੜੇ ਰਹਿਣ ਤਾਂ ਜੋ ਅਸੀਂ ਵੱਖ-ਵੱਖ ਵਿਸ਼ਿਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹੀਏ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। इश्क वाखदा ही तेरा कख रहन भी नहीं देना, इश्क आखदा ही तेरा कख रहन भी नहीं देना, चुप रहन भी नहीं देना ते कुछ कहन भी नहीं देना, इश्क आखदा ही तेरा कख रहन भी नहीं देना, इश्क आखदा ही तेरा कख रहन भी नहीं देना। पल लम्मे को लगने, कदी जेठ दे महीने वांगू को लगने, तैनू विक विक पल लम्मे को लगने, कदी जेठ दे महीने वांगू को लगने, रातां कालियां दे डंगे तैनू सैन जो गाए तसिया तेनू सैन भी नहीं देना, इश्क आखदा ही तेरा कख रहन भी नहीं देना, इश्क आखदा ही तेरा कख रहन भी नहीं देना। हुंदा ए आगाज ते अंजाम रज़ा, कदी तख्त हज़ारे देवे मिट्टी च मिला, चंगा हुंदा ए आगाज ते अंजाम रज़ा, कदी तख्त हज़ारे देवे मिट्टी च मिला, एक मिलदी जुदाई तुझे सख्त सजा जदों